ਪੰਜਾਬੀ ਨੈਸ਼ਨਲ ਟੀਵੀ ਦੇਖ ਰਿਹਾ ਸਭ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਜਿਹੜੀ ਆ ਚਰਚਾ ਆ ਉਹ ਸਿਰਫ ਇੱਕ ਹੀ ਵਿਚਾਰ ਤੇ ਹੋ ਰਹੀ ਆ। ਪੰਜਾਬ 'ਚ ਕੀ ਹੋ ਰਿਹਾ, ਦਿੱਲੀ ਬਾਰਡਰ ਤੇ ਕੀ ਹੋ ਰਿਹਾ, ਕਿਸਾਨ ਕੀ ਕਰ ਰਹੇ ਨੇ, ਜਥੇਬੰਦੀਆਂ ਕੀ ਕਰ ਰਹੀਆਂ ਨੇ, ਉਹਨਾਂ ਦਾ ਸਹਿਯੋਗ ਕੌਣ-ਕੌਣ ਕਰ ਰਿਹਾ, ਸਰਕਾਰਾਂ ਕੀ ਕਰ ਰਹੀਆਂ, ਸਰਕਾਰਾਂ ਇਸ ਮਸਲੇ ਤੇ ਕੁਝ ਦੋ ਪੈਰ ਪੱਟ ਰਹੀਆਂ ਕਿ ਨਹੀਂ ਪੱਟ ਰਹੀਆਂ, ਕਿ ਕਿਸਾਨਾਂ ਨੂੰ ਉਹਨਾਂ ਦੀ ਪੱਟੇ ਹੋਏ ਕਦਮ ਰਾਸ ਆ ਰਿਹਾ ਕਿ ਨਹੀਂ ਆ ਰਹੇ। ਇਹਨਾਂ ਹੀ ਗੱਲਾਂ ਤੇ ਚਰਚਾ ਸ਼ੁਰੂ ਕਰਦੇ ਹਾਂ। ਸਾਡੇ ਨਾਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ ਸਾਹਿਬ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ। ਮੈਂ ਅੱਜ ਦੀ ਇੱਕ ਅਖਬਾਰ ਪੜ੍ਹਦਾ ਸੀ ਤੇ ਉੱਥੇ ਇੱਕ ਸ਼ੇਰ ਲਿਖਿਆ ਸੀ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ ਜੀ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਜੀ ਬਿਲਕੁਲ। ਸਾਨੂੰ ਇਹਦੀ ਫਾਰਸੀ ਜਾਂ ਇਹਦਾ ਤਰਜਮਾ ਤੇ ਬਹੁਤਾ ਸਮਝ ਨਹੀਂ ਆਉਂਦਾ, ਪਰ ਗੱਲ ਇਹ ਆ ਕਿ ਪੰਜਾਬ ਤੋਂ ਇੱਕ ਸਦਾ ਉੱਠੀ ਆ ਤੇ ਉਹਨੇ ਹਿੰਦੁਸਤਾਨ ਨੂੰ ਜਗਾਇਆ। ਇੱਕ ਕਿਸੇ ਜ਼ਮਾਨੇ 'ਚ ਇਕਬਾਲ ਨੇ ਲਿਖਿਆ ਸੀ ਗੁਰੂ ਨਾਨਕ ਸਾਹਿਬ ਜੀ ਬਾਰੇ। ਠੀਕ ਬਿਲਕੁਲ। ਹਾਲਾਂਕਿ ਅਸੀਂ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰਦੇ, ਪਰ ਆਵਾਜ਼ ਫਿਰ ਇੱਕ ਵਾਰੀ ਸੱਚ ਲਈ ਆਵਾਜ਼ ਜਿਹੜੀ ਆ, ਜ਼ੁਲਮ ਦੇ ਖਿਲਾਫ ਆਵਾਜ਼ ਜਿਹੜੀ ਆ, ਗਲਤ ਕਾਨੂੰਨਾਂ ਦੇ ਜਿਹੜੀ ਖਿਲਾਫ ਆਵਾਜ਼ ਆ, ਉਹ ਪੰਜਾਬ ਤੋਂ ਹੀ ਉੱਠੀ। ਬਿਲਕੁਲ ਜੀ ਬਿਲਕੁਲ। ਬਹੁਤ ਦਿਨਾਂ ਤੋਂ ਅਸੀਂ ਇਹਦੀ ਚਰਚਾ ਕਰ ਰਹੇ ਹਾਂ ਤੇ ਅੱਜ ਦੇ ਜਿਹੜੇ ਹਾਲਾਤ ਨੇ, ਕੀ ਸਿਨੈਰੀਓ ਆ, ਕਿੱਥੇ ਤੱਕ ਗੱਲ ਪਹੁੰਚੀ ਆ? ਦੇਖੋ ਜੀ, ਤੁਹਾਡੇ ਵਾਲੇ ਜਿਹੜੇ ਸ਼ੇਰ ਦੇ ਨਾਲ ਮੈਂ ਜੋੜ ਦੇਵਾਂ ਵੀ ਪੰਜਾਬ ਕਰਾਂ ਕੀ ਸਿਫਤ ਤੇਰੀ ਜੀ। ਉਹ ਸਿਫਤ ਜਿਹੜੀ ਕਿਤੇ ਗਵਾਚ ਗਈ ਸੀ ਪਿਛਲੇ ਸਮੇਂ ਦੇ ਵਿੱਚ, ਬਿਲਕੁਲ ਉਹ ਮੌਜੂਦਾ ਦੌਰ ਦੇ ਵਿੱਚ ਇੱਕ ਵਾਰ ਫਿਰ ਉਹ ਸਿਫਤ ਹੀ ਰਹਿ ਗਈ ਆ ਜੀ। ਇੰਨੀ ਕੁ ਸਿਫਤ ਹੋ ਗਈ ਆ ਪੰਜਾਬ ਦੀ ਵੀ ਉਹਨੇ ਪਿਛਲੀਆਂ ਜਿੰਨੀਆਂ ਵੀ ਜਿਹੜੇ ਦਾਗ ਲੱਗੇ ਸੀ ਉਹ ਧੋ ਦਿੱਤੇ ਸਾਰੇ ਜੀ। ਔਰ ਇਹ ਸੰਘਰਸ਼ ਦਾ ਇੱਕ ਮੁੱਢ ਬਣ ਕੇ, ਅੰਦੋਲਨ ਦਾ ਇੱਕ ਧੁਰਾ ਬਣ ਕੇ ਜੇ ਪੂਰੇ ਹਿੰਦੁਸਤਾਨ ਨੂੰ ਜਗਾ ਦਿੱਤਾ, ਉਹ ਪੰਜਾਬ ਨੇ ਜਗਾਇਆ ਆ। ਪੰਜਾਬ ਦੇ ਕਿਸਾਨਾਂ ਨੇ ਜਗਾਇਆ, ਪੰਜਾਬ ਦੇ ਨੌਜਵਾਨਾਂ ਨੇ ਜਗਾਇਆ। ਹਾਲਾਤ ਇਹ ਆ ਵੀ ਹੁਣ ਉੱਥੇ ਜਿਵੇਂ ਦਿਨ ਵੱਧਦੇ ਜਾ ਰਹੇ ਆ, 14-15 ਦਿਨ ਹੋ ਗਏ ਆ ਸਾਡੇ ਕਿਸਾਨਾਂ ਨੂੰ ਦਿੱਲੀ ਬਾਰਡਰ 'ਤੇ, ਟਿਕਰੀ ਬਾਰਡਰ 'ਤੇ ਇੱਕ ਹੋਰ ਬਾਰਡਰ 'ਤੇ ਗਾਜੀਪੁਰ ਵਾਲੇ ਪਾਸਿਓਂ ਘੇਰਾ ਘੱਤ ਕੇ ਬੈਠੇ ਹੋਏ ਆ ਦਿੱਲੀ ਨੂੰ। ਉੱਥੇ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧ ਰਹੀ ਆ ਜੀ, ਘਟਦੀ ਨਹੀਂ। ਮਤਲਬ ਕਹਿਣ ਦਾ ਬਈ ਅੰਦੋਲਨ ਜਿਹੜਾ ਇਹ ਭਖਦਾ ਜਾ ਰਿਹਾ, ਔਰ ਇਹਦੇ ਵਿੱਚ ਸਭ ਤੋਂ ਵੱਡਾ ਪਹਿਲੂ ਇਹ ਆ ਵੀ ਸ਼ਾਂਤਮਈ ਆ ਜੀ। ਇਹ ਕਿਤੇ ਵੀ ਇਤਿਹਾਸ 'ਚ ਇੱਦਾਂ ਦਾ ਨਹੀਂ ਹੋਇਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸੇ ਅੰਦੋਲਨ ਜਾਂ ਕਿਸੇ ਸੰਘਰਸ਼ ਦੇ ਵਿੱਚ ਜਾਂ ਕਿਸੇ ਧਰਨੇ ਪ੍ਰਦਰਸ਼ਨ ਦੇ ਵਿੱਚ ਇੰਨਾ ਵੱਡਾ ਇਕੱਠ ਕਾਬੂ ਕੀਤਾ ਹੋਵੇ ਜੀ। ਇਹ ਆਪਣੇ ਆਪ 'ਚ ਬੇਕਾਬੂ ਹੋ ਜਾਂਦਾ ਹੁੰਦਾ ਆਮ ਤੌਰ 'ਤੇ ਆਪਾਂ ਦੇਖਿਆ ਜੀ। ਪਰ ਜਿਹੜਾ ਇਹ ਇਹਨਾਂ ਦੀ ਜਿਹੜੀ ਮਿਸਾਲ ਹੈ ਇੱਕ ਕਾਇਮ ਕੀਤੀ ਇਤਿਹਾਸ ਦੇ ਵਿੱਚ, ਸਰਕਾਰਾਂ ਕੀ ਦੇਸ਼ ਵਿਦੇਸ਼ ਦੇ ਜਿਹੜੇ ਵੱਡੇ ਆਗੂ ਆ ਉਹ ਵੀ ਦੇਖ ਕੇ ਦੰਗ ਰਹਿ ਗਏ ਬਈ ਇੰਨਾ ਇਕੱਠ ਜਿਹੜਾ ਇਹ ਮੈਨੇਜ ਕਿਵੇਂ ਕਰ ਰਹੇ ਆ ਕਿਸਾਨ ਆਗੂ। ਕੱਲ ਕਿਸੇ ਬਹੁਤ ਵੱਡੇ ਮੈਨੇਜਮੈਂਟ ਗੁਰੂ ਨੇ ਕਿਹਾ ਸੀ ਕਿ ਭੀੜ ਨੂੰ ਮੈਨੇਜ ਕਿੱਦਾਂ ਕਰਨਾ ਹੈ, ਆਪਣੇ ਲੋਕਾਂ ਨੂੰ ਕਿੱਦਾਂ ਮੈਨੇਜ ਕਰਨਾ ਹੈ। ਇਹ ਗੱਲ ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਸਿੱਖੋ। ਬਿਲਕੁਲ ਜੀ ਬਿਲਕੁਲ। ਇਹ ਕਈ ਕੁਛ ਹੀ ਸਿਖਾ ਰਿਹਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਕਿਵੇਂ ਚਲਾਉਣਾ ਜੀ, ਇਹ ਵੀ ਇਹਨਾਂ ਤੋਂ ਸਿੱਖਣਾ ਬਣਦਾ। ਬਿਲਕੁਲ। ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜੇ ਧੱਕਾ ਕਰਦੀਆਂ ਤਾਂ ਉਹਨਾਂ ਦੇ ਖਿਲਾਫ ਉੱਠ ਕੇ ਖੜਾ ਕਿੱਦਾਂ ਹੋਣਾ, ਉਹ ਵੀ ਇਹਨਾਂ ਤੋਂ ਸਿੱਖਣਾ ਪੈਣਾ। ਜੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਆ ਤੇ ਪਹੁੰਚਾਉਣੀ ਵੀ ਸ਼ਾਂਤੀ ਨਾਲ ਆ, ਉਹ ਵੀ ਇਹਨਾਂ ਤੋਂ ਸਿੱਖਣਾ ਪੈਣਾ। ਸੋ ਇਹ ਕਈ ਤਰ੍ਹਾਂ ਦੀ ਨਵੀਂ ਪਿਰਤ ਪਾ ਰਹੇ ਆ, ਆਉਣ ਵਾਲੇ ਸਮੇਂ 'ਚ ਵੀ ਪਾਉਣਗੇ ਜੀ। ਇਹ ਬਹੁਤ ਮਿਸਾਲਾਂ ਕਾਇਮ ਹੋ ਰਹੀਆਂ। ਐਵੇਂ ਨਹੀਂ ਜਿਹੜਾ ਛੋਟੇ ਤੋਂ ਛੋਟਾ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਵਿਅਕਤੀ ਵੀ ਇਸ ਵੇਲੇ ਪੰਜਾਬ 'ਚ ਚਾਹੇ ਬੈਠਾ ਆ ਚਾਹੇ ਵਿਦੇਸ਼ਾਂ 'ਚ ਬੈਠਾ ਆ, ਉਹ ਇੰਨਾ ਕੁ ਕਾਹਲਾ ਆ ਕਿ ਮੈਂ ਉਸ ਅੰਦੋਲਨ ਦਾ, ਉਸ ਸੰਘਰਸ਼ ਦਾ ਹਿੱਸਾ ਕਦੋਂ ਬਣਾ ਜਾ ਕੇ ਜੀ। ਅਸੀਂ ਦੇਖਿਆ ਕਿ 4-5-6 ਸਾਲ ਦੇ ਬੱਚੇ ਵੀ ਸਪੀਚ ਕਰ ਰਹੇ ਆ, ਉਹ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰ ਰਹੇ ਆ, ਤੇ 80 ਤੋਂ 85 ਸਾਲ ਦੇ 90 ਸਾਲ ਦੇ ਬਜ਼ੁਰਗ ਵੀ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰ ਰਹੇ ਆ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ। ਬਿਲਕੁਲ ਜੀ ਬਿਲਕੁਲ। ਤੇ ਹੁਣ ਆਪਾਂ ਉਸ ਗੱਲ ਤੇ ਆਈਏ ਕਿ ਕੱਲ ਜਿਹੜੀ ਕਿਸਾਨਾਂ ਦੀ ਆਪਸ 'ਚ ਮੀਟਿੰਗ ਹੋਈ ਆ, ਦੋਨੋਂ ਹੀ ਮੀਟਿੰਗਾਂ ਹੋਈਆਂ। ਪਹਿਲਾਂ ਪੰਜਾਬ ਲੈਵਲ ਤੇ ਸਾਰੀ ਜਥੇਬੰਦੀਆਂ ਦੀ ਮੀਟਿੰਗ ਹੋਈ, ਫਿਰ ਆਲ ਇੰਡੀਆ ਮੀਟਿੰਗ ਹੋਈ। ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਇਹਨਾਂ ਨੂੰ ਚਿੱਠੀਆਂ ਕੋਈ 4-5 ਕਾਗਜ਼ ਤੇ ਲਿਖ ਕੇ ਗੱਲਾਂ ਭੇਜੀਆਂ ਗਈਆਂ, ਕਹਿੰਦੇ 27 ਪਏ ਸੀ, ਕੋਈ 21 ਪਏ ਸੀ। ਉਹਦੇ ਵਿੱਚ ਕੀ ਸੀਗਾ ਤੇ ਉਹ ਕਿਸਾਨਾਂ ਨੇ ਉਹਨੂੰ ਰੱਦ ਕੀਤਾ, ਉਹ ਸਾਰੀ ਗੱਲ ਸਮਝਾਓ ਜੀ ਇੱਕ ਵਾਰੀ। ਦੇਖੋ ਜੀ, 31-32 ਜਥੇਬੰਦੀਆਂ ਕਿਸਾਨਾਂ ਦੀਆਂ ਪੰਜਾਬ ਦੀਆਂ ਜੀ, ਤੇ ਕੁੱਲ ਮਿਲਾ ਕੇ ਪੂਰੇ ਦੇਸ਼ ਦੀਆਂ 500 ਤੋਂ ਵੱਧ ਜਥੇਬੰਦੀਆਂ ਦੇ ਆਗੂ ਜਿਹੜੇ ਮੋਹਰੇ ਬੈਠੇ ਆ ਇਸ ਵੇਲੇ, ਮੋਹਰਲੀ ਕਤਾਰ ਦੇ ਆਗੂ ਆ ਜੀ, ਉਹ ਮਾੜੇ ਮੋਟੇ ਨਹੀਂ, ਬਹੁਤ ਸੁਲਝੇ ਹੋਏ ਆ। ਬਿਲਕੁਲ। ਬਹੁਤ ਹੀ ਵਿਚਾਰਕ ਆ, ਸਹਿਜ ਨਾਲ ਚੱਲਣ ਵਾਲੇ ਆ, ਸਹਿਜ ਨਾਲ ਗੱਲ ਕਰਨ ਵਾਲੇ ਆ। ਔਰ ਇਹ ਮੀਟਿੰਗਾਂ ਦਾ ਦੌਰ ਇਸੇ ਕਰਕੇ ਚੱਲਦਾ ਆ ਵੀ ਉਹ ਆਪਣੀ ਸੀ ਸਲਾਹ ਮਸ਼ਵਰਾ ਕਰਕੇ ਹੀ ਕੋਈ ਕਦਮ ਪੁੱਟਦੇ ਆ। ਜੇ ਇੱਧਰ ਮੀਟਿੰਗਾਂ ਦਾ ਦੌਰ ਚੱਲਦਾ ਆ ਤੇ ਇਹਨਾਂ ਦਾ ਸਾਰਾ ਦਿਨ ਇਹਨਾਂ ਵਿੱਚ ਹੀ ਲੰਘ ਜਾਂਦਾ ਵੀ ਅੱਜ ਜਿਹੜਾ ਲੰਘ ਗਿਆ
ਅੱਗੇ ਆਉਣ ਵਾਲਾ ਸ਼ਾਮ ਤੇ ਸਵੇਰ ਨੂੰ ਕਿੱਦਾਂ ਦੀ ਰਣਨੀਤੀ ਅਪਣਾਉਣੀ ਆ, ਕੀ ਕਰਨਾ, ਸਰਕਾਰ ਨੇ ਆਹ ਕੀਤਾ ਤੇ ਕੀ ਹੋਣਾ, ਉਹ ਸਾਰਾ ਮੀਟਿੰਗਾਂ ਦੇ ਵਿੱਚ ਡਿਸਕਸ ਹੋ ਕੇ ਬੜੇ ਵਧੀਆ ਤਰੀਕੇ ਨਾਲ ਇੱਕ ਰਾਏ ਬਣਾ ਕੇ, ਸਰਬਸੰਮਤੀ ਬਣਾ ਕੇ, ਕੋਈ ਕਿਸੇ ਨੂੰ ਕਿੰਤੂ ਪਰੰਤੂ ਨਾ ਹੋਵੇ, ਉਹ ਸਾਰਾ ਇਸ ਤਰੀਕੇ ਨਾਲ ਮੈਨੇਜ ਕਰਕੇ ਬਾਹਰ ਲਿਆ ਕੇ ਮੀਡੀਆ ਨੂੰ ਦੱਸਦੇ ਆ। ਬਈ ਉਹ ਸਾਰਾ ਮੀਡੀਆ ਸਵਾਲ ਪੁੱਛਣ ਜੋਗਾ ਹੀ ਨਹੀਂ ਛੱਡਦੇ ਉਹਨਾਂ ਨੂੰ ਜੀ, ਕਿਉਂਕਿ ਉਹਨਾਂ ਦਾ ਵੈਲ ਪੈਕਡ ਕੰਮ ਹੁੰਦਾ ਪੂਰਾ ਜੀ। ਜੋ ਅਸੀਂ ਅੰਦਰ ਕਰਕੇ ਆਏ ਆ, ਮਜਾਲ ਕਿਆ ਕੋਈ ਆਗੂ ਉਹਨਾਂ ਦੇ ਵਿੱਚੋਂ ਥਿਰਕ ਜਾਵੇ ਜੀ, ਜਾਂ ਵੀ ਅੰਦਰ ਤੂੰ ਆ ਕਿਹਾ ਸੀ ਤਾਂ ਹੁਣ ਬਾਹਰ ਆ ਕੇ ਕਿੱਦਾਂ ਆ ਕਹਿਤਾ, ਉਹ ਆਪਣੀ ਗੱਲ ਤੇ ਪੂਰੇ ਕਾਇਮ ਰਹਿੰਦੇ ਆ। ਗੱਲ ਚੱਲੀ ਆ ਮੀਟਿੰਗਾਂ ਦੀ, ਤੇ ਮੀਟਿੰਗਾਂ ਸਰਕਾਰ ਵੀ ਕਰ ਰਹੀ ਆ। ਜੀ, ਦੇਖੋ ਜਦੋਂ ਤੁਸੀਂ 14-15 ਦਿਨ ਹੋ ਗਏ ਉੱਥੇ ਬੈਠਿਆਂ ਨੂੰ, ਉਦੋਂ ਤਾਂ ਤੁਹਾਨੂੰ ਤਜਵੀਜ਼ਾਂ ਦਾ ਯਾਦ ਨਹੀਂ ਆਇਆ ਸਰਕਾਰ ਨੂੰ। ਜੀ, ਹੁਣ ਜਦੋਂ ਤੁਹਾਡੇ ਉਹ ਕਹਿੰਦੇ ਹੁੰਦੇ ਨੇ ਨਾਸੀ ਧੂੰਆਂ ਕੱਢ ਦਿੱਤਾ, ਜੀ, ਤਾਂ ਫਿਰ ਹੁਣ ਤੁਹਾਨੂੰ ਮੀਟਿੰਗਾਂ ਦਾ ਵੀ ਚੇਤਾ ਆ ਗਿਆ, ਤਜਵੀਜ਼ਾਂ ਭੇਜਣ ਦਾ ਵੀ ਚੇਤਾ ਆ ਗਿਆ। ਤੇ ਇਹ ਸਰਕਾਰ ਨੂੰ ਜੇ ਪੁੱਛਿਆ ਬਣਦਾ ਵੀ ਹੁਣ ਲੇਟ ਨਹੀਂ ਹੋ ਗਿਆ ਬਹੁਤ? ਲੇਟ ਜਦੋਂ 2 ਮਹੀਨੇ ਪੰਜਾਬ 'ਚ ਬੈਠੇ ਸੀ, ਇਹਨਾਂ ਨੂੰ ਕਿਆਸ ਨਹੀਂ ਸੀ ਵੀ ਦਿੱਲੀ ਵੱਲ ਨੂੰ ਕਿੱਥੇ ਆਉਣਾ, ਹਰਿਆਣੇ ਨੇ ਲੱਕ ਦੇਣਾ, ਸਾਡਾ ਖੱਟਰ ਹੈਗਾ ਉੱਥੇ ਲੰਘਣ ਨਹੀਂ ਦੇਣਾ ਉਹਨੇ। ਜੀ, ਔਰ ਕੀਤਾ ਵੀ ਉਹਨੇ ਇਹ ਕੋਸ਼ਿਸ਼ ਹੈ, ਲੰਘਣ ਦਿੱਤੀ ਵੀ ਨਹੀਂ। ਇਹ ਤਾਂ ਬਲਿਹਾਰੇ ਕਿਸਾਨਾਂ ਦੇ ਜਾਈਏ ਵੀ ਇਹ ਤਾਂ ਵੱਡੇ ਵੱਡੇ ਕੀ ਕਹਿੰਦੇ ਹੁੰਦੇ ਮਿੱਟ ਜਿਹੜੇ ਪੁੱਟ ਦਿੰਦੇ ਆ ਖੇਤਾਂ ਦੇ ਵਿੱਚੋਂ, ਉਹ ਸੁੱਕੇ ਉਹ ਜਿਹੜੇ ਰਗੜੇ ਹੋਏ ਜਿਹੜੇ ਉਹ ਪੱਟ ਦਿੰਦੇ ਆ, ਤੇ ਇਹ ਤਾਂ ਫਿਰ ਕੁਝ ਵੀ ਨਹੀਂ ਸੀਗਾ। ਨਾਲੇ ਦੋਨੇ ਰਲ ਗਏ ਸੀ ਨਾ, ਹਰਿਆਣੇ ਵਾਲੇ ਵੀ ਨਾਲ ਉਹਨਾਂ ਦੇ ਜਿਹੜੇ ਜ਼ਿਮੀਂਦਾਰ ਜਿਹੜੇ ਕਿਸਾਨ ਆ ਹਰਿਆਣੇ ਦੇ ਨੇ ਪੂਰਾ ਸਾਥ ਦਿੱਤਾ। ਸੋ ਉਹ ਇਹਨਾਂ ਦੀ ਕਿਆਸ ਤੋਂ ਉਲਟ ਹੋ ਗਿਆ ਸਾਰਾ ਕੰਮ। ਤੇ ਜੇ ਤੁਹਾਡਾ ਇਹ ਉਲਟ ਹੋ ਗਿਆ, ਉੱਥੇ ਬਹਿ ਗਏ 26-27 ਨੂੰ ਜਾ ਕੇ, ਉਦੋਂ ਹੀ ਕੋਈ ਇਹੋ ਜਿਹਾ ਤਜਵੀਜ਼ਾਂ ਭੇਜ ਦਿੰਦੇ। ਫਿਰ ਵੀ ਨਹੀਂ ਇਹਨਾਂ ਦੇ ਕਿਆਸ, ਇਹਨਾਂ ਨੇ ਫਿਰ ਵੀ ਉਦਾਂ ਦਾ ਹੀ ਲਾਇਆ, ਕੋਈ ਨਹੀਂ 1-2 ਦਿਨ ਦੀ ਗੱਲ ਆ, ਚਲੇ ਜਾਣਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਉਨਾ ਖਾਣਾ, ਉਨਾ ਰਾਸ਼ਨ, ਜਿਹੜਾ ਸਮਾਨ, ਉਹ ਸਾਰੀ ਦਿੱਲੀ 'ਚ ਨਹੀਂ ਹੋਣਾ ਜਿੰਨਾ ਇਹਨਾਂ ਨੇ ਲਿਜਾ ਕੇ ਉੱਥੇ ਇਕੱਠਾ ਕਰਕੇ ਰੱਖ ਦਿੱਤਾ। ਜੀ, ਦੇਖੋ ਪਹਿਲੀ ਵਾਰ ਆ ਉਹ ਮਿੰਨਤਾਂ ਕਰਦੇ ਆ, ਰੱਬ ਦਾ ਵਾਸਤਾ ਸਾਡੇ ਕੋਲ ਬਹੁਤ ਇਹੋ ਜਿਹੇ ਕੁਛ ਨਾ ਲਿਆਇਓ। ਬਿਲਕੁਲ ਜੀ, ਇਹ ਵੀ ਇੱਕ ਵੱਡੀ ਗੱਲ ਆ। ਨਹੀਂ ਤਾਂ ਆਮ ਹੁੰਦਾ ਐਡੀ ਦੁਨੀਆ ਨੂੰ ਛਕਾਉਣਾ, ਔਰ ਇਹ ਨਹੀਂ ਵੀ ਇੱਕ ਤਰ੍ਹਾਂ ਦਾ, ਉਹ ਪਤਾ ਨਹੀਂ ਕਿੰਨੀਆਂ ਕੁ ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ, ਕਿੰਨੀਆਂ ਕੁ ਤਰ੍ਹਾਂ ਦੀਆਂ ਮਿਠਾਈਆਂ ਬਣਦੀਆਂ। ਮੈਂ ਕੱਲ ਦੇਖ ਰਿਹਾ ਸੀ 3 ਕੁਇੰਟਲ ਕੋ ਰਸਗੁੱਲੇ ਲੈ ਕੇ ਤੁਰਿਆ ਆ, ਰਸਗੁੱਲਿਆਂ ਦਾ ਲੰਗਰ ਲਾਇਆ ਹੋਇਆ, 3 ਕੁਇੰਟਲ ਲੈ ਕੇ ਆਇਆ ਹੋਇਆ। ਉਹ ਕਹਿੰਦੇ ਹੋਰ ਲੋੜ ਪਈ ਕੱਲ ਹੋਰ ਲੈ ਆਵਾਂਗੇ। ਫਿਰ ਇੱਕ ਥਾਂ ਦੂਜਾ ਗੋਲ ਗੱਪਿਆਂ ਦਾ ਲੰਗਰ ਲਾਇਆ ਹੋਇਆ ਸੀਗਾ। ਮੇਲੇ ਨਾਲੋਂ ਘੱਟ ਤਾਂ ਨਹੀਂ ਇਹ ਫਿਰ? ਤੇ ਫਿਰ ਇਹ ਕਿੱਥੇ, ਇਹ ਕਹਿਣ ਤੋਂ ਭਾਵ ਸਰਕਾਰ ਨੇ ਪੰਗਾ ਲੈ ਲਿਆ। ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਫਿੱਟ ਕਰਤੀਆਂ, ਪੀਜ਼ਾ ਵੀ ਬਣਨ ਲੱਗ ਗਿਆ ਕੱਲ। ਹਰੇਕ ਤਰ੍ਹਾਂ ਦਾ ਲੰਗਰ ਆ, ਹਰੇਕ ਤਰ੍ਹਾਂ ਦਾ, ਮਤਲਬ ਕਹਿਣ ਤੋਂ ਪਕੌੜਿਆਂ ਤੋਂ ਲੈ ਕੇ, ਪੀਜ਼ੇ ਤੋਂ ਲੈ ਕੇ, ਸ਼ਾਹੀ ਪਨੀਰ, ਮਟਰ ਪਨੀਰ, ਮਲਾਈ ਕੋਫਤਾ, ਜੋ ਤੁਹਾਨੂੰ ਰੈਸਟੋਰੈਂਟਾਂ ਵਿੱਚ ਜਾ ਕੇ ਮਿਲਦਾ ਨਾ, ਉਹ ਚੀਜ਼ਾਂ ਸਾਡੇ ਕਿਸਾਨਾਂ ਨੇ, ਸਾਡੇ ਸੇਵਾਦਾਰਾਂ ਨੇ, ਨੌਜਵਾਨਾਂ ਨੇ ਲਿਆ ਕੇ ਉੱਥੇ ਐਨ ਫਿੱਟ ਕਰਤੀਆਂ ਵੀ ਜਿਹੜਾ ਮਰਜ਼ੀ ਆਵੇ। ਆਲੇ ਦੁਆਲੇ ਦੇ ਲੋਕਾਂ ਨੂੰ ਤਾਂ ਇੰਨੀ ਮੌਜ ਲੱਗੀ ਆ, ਉਹ ਤਾਂ ਕਹਿੰਦੇ ਵੀ ਜਾਣ ਹੀ ਨਾ। ਸਾਡਾ ਤਾਂ ਆਰਾਮ ਦਾ ਦਿਨ 2 ਟਾਈਮ ਦਾ ਰੋਟੀ ਪਾਣੀ ਬਹੁਤ ਵਧੀਆ ਚੱਲਿਆ ਹੋਇਆ। ਖੈਰ ਲੰਗਰ ਦਾ ਕੰਮ ਹੈ, ਉਹਦਾ ਹਰੇਕ ਨੂੰ ਛਕਾਉਣਾ ਹੁੰਦਾ। ਬਿਲਕੁਲ। ਇਹਨਾਂ ਨੇ ਜਿਹੜੀ ਤਜਵੀਜ਼ ਭੇਜੀ ਆ, ਠੀਕ ਆ, ਇਹ ਆਪਣੇ ਤੌਰ ਤੇ ਪਹਿਲਾਂ ਵੀ ਉਸੇ ਗੱਲ ਤੇ ਅੜੇ ਸੀਗੇ, ਹੁਣ ਵੀ ਉਸੇ ਗੱਲ ਨੂੰ ਹੀ ਅੜੀਅਲ ਰੁਖ ਅਪਣਾ ਕੇ ਤਜਵੀਜ਼ਾਂ ਭੇਜੀਆਂ ਵੀ MSP ਨਹੀਂ ਜਾਊਗੀ। ਜੀ, ਇਹ ਤਾਂ ਤੁਸੀਂ 6 ਮਹੀਨੇ ਹੋ ਗਏ ਕਹਿੰਦੇ ਨੂੰ, ਕਿੱਦਾਂ ਨਹੀਂ ਜਾਊਗੀ ਇਹ ਦੱਸਦੇ ਨੇ ਜੀ। ਫਿਰ ਕਹਿੰਦੇ ਮੰਡੀਕਰਨ ਨਹੀਂ ਖਤਮ ਹੋਊਗਾ, ਕਿੱਦਾਂ ਨਹੀਂ ਖਤਮ ਹੋਊਗਾ ਇਹ ਵੀ ਨਹੀਂ ਦੱਸਦੇ। ਗੱਲ ਤਾਂ ਇਹ ਆ ਵੀ ਜਦ ਤੁਸੀਂ ਕਾਨੂੰਨ ਬਣਾਉਣ ਲੱਗੇ ਨਹੀਂ ਸੋਚਿਆ ਵੀ ਇਹਦਾ ਇੰਪੈਕਟ ਕੀ ਪਊਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਰਥ ਕੀ ਨਿਕਲੂ, ਕੀ ਇਹਦਾ ਫਾਇਦੇ ਹੋਣਗੇ ਤੇ ਕੀ ਨੁਕਸਾਨ ਹੋਊਗਾ, ਜਦ ਉਦੋਂ ਨਹੀਂ ਸੋਚਿਆ। ਤੇ ਹੁਣ ਤੁਸੀਂ MSP ਨੂੰ ਕਾਨੂੰਨ ਦੇ ਵਿੱਚ ਪਾਉਣ ਬਾਰੇ ਕਿਉਂ ਸੋਚ ਰਹੇ ਆ? ਵੀ ਇਹਦਾ ਅੱਗੇ ਤਾਂ ਪੰਜਾਬ ਹਰਿਆਣੇ ਨੂੰ ਮਿਲਦੀ ਸੀ, ਹੁਣ ਸਾਰੇ ਦੇਸ਼ ਨੂੰ ਦੇਣੀ ਪੈਣੀ ਆ ਜੀ। ਜਦੋਂ ਕਾਨੂੰਨ ਬਣ ਗਿਆ ਉਹ ਤਾਂ ਸਾਰੇ ਦੇਸ਼ ਲਾਗੂ ਹੋਣੀ ਆ। ਹੁਣ ਜੋ ਸੋਚ ਰਹੇ ਉਹ, ਹੁਣ ਕਹਿ ਦਿੰਦੇ ਸਾਡੇ ਯਾਰ ਇੱਜ਼ਤ ਦਾ ਸਵਾਲ ਆ, ਸਾਡੀ ਵੀ ਇੱਜ਼ਤ ਰੱਖ ਲਓ। ਤੇ ਜੇ ਇੱਜ਼ਤ ਦਾ ਸਵਾਲ ਸੀ ਤੇ ਉਦੋਂ ਜਦੋਂ ਕਾਨੂੰਨ ਤੁਹਾਨੂੰ ਬਿਨਾਂ ਮਤਲਬ ਤੋਂ ਪੰਗਾ ਲੈ ਲਿਆ ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਤੁਸੀਂ ਇਹ ਦੇਖਦੇ ਮੰਨ ਲਿਆ ਤੁਹਾਡੀ ਗੱਲ ਵੀ 70 ਸਾਲਾਂ ਤੋਂ ਜੋ ਨਹੀਂ ਹੋਇਆ ਉਹ ਤੁਸੀਂ ਕਰ ਰਹੇ ਆ ਜੀ, ਕਰ ਵੀ ਮਰਜ਼ੀ ਨਾਲ ਰਹੇ ਆ, ਪਰ ਘੱਟੋ ਘੱਟ ਇੱਕ ਮਾਹਰਾਂ ਦੀ ਟੀਮ ਤਾਂ ਰੱਖ ਲਓ ਕੋਲ ਜੀ, ਸਲਾਹਕਾਰ ਤਾਂ ਰੱਖ ਲਓ 2-3। ਨਹੀਂ, ਸਲਾਹਕਾਰ ਉਹਨਾਂ ਨੇ ਰੱਖਿਓ ਸੀ, ਤੁਸੀਂ ਗੱਲ ਬਿਲਕੁਲ ਨਹੀਂ ਰੱਖਿਓ ਜੀ। ਸਲਾਹਕਾਰ ਰੱਖਿਓ, ਸਿਆਸੀ ਬੰਦੇ ਰੱਖਿਓ। ਨਹੀਂ, ਸਲਾਹਕਾਰ ਉਹਨੇ ਰੱਖੇ ਸੀ, ਉਹ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਵਾਲੇ ਸਲਾਹਕਾਰ। ਉਹ ਤਾਂ ਫਿਰ ਆਪਣੀ ਮਰਜ਼ੀ ਲਈ ਕਰਨੇ ਨਾ, ਉਹਨਾਂ ਨੇ ਤਨਖਾਹ ਥੋੜੀ ਲੈਣੀ ਇਹਨਾਂ ਤੋਂ। ਬਿਲਕੁਲ, ਉਹਨਾਂ ਨੇ ਤਾਂ ਪੈਸੇ ਦੇਣੇ ਆ, ਉਹਨਾਂ ਨੇ ਤਾਂ ਪੂੰਜੀ ਲਾਉਣੀ ਆ, ਆਪਣੀ ਨਿਵੇਸ਼ ਕਰਨਾ। ਉਹਨਾਂ ਨੇ ਕਿੰਨੇ ਚੰਗੇ ਸਲਾਹਕਾਰ ਰੱਖੇ ਸੀ ਜਿਹੜੇ ਪੈਸੇ ਵੀ ਇਹਨਾਂ ਨੂੰ ਦਿੰਦੇ ਸੀ। ਗੱਲ ਤਾਂ ਇਹ ਹੈ ਨਾ ਵੀ ਉਹਨਾਂ ਨੇ ਤਾਂ ਆਪਣੇ ਕੋਲ ਨਿਵੇਸ਼ ਨਹੀਂ, ਇਕੱਲਾ ਪੈਸੇ ਦੇ ਕੇ ਇਹਨਾਂ ਕੋਲ ਨਹੀਂ ਰੱਖਣਾ, ਇੱਕ ਦੇ ਕੇ ਉਹ 10 ਗੁਣਾ ਲੈਣੇ ਵੀ ਵਾਪਸ। ਬਿਲਕੁਲ, ਉਹ ਉਸ ਤਰ੍ਹਾਂ ਦਾ ਨਿਵੇਸ਼ ਆ, ਉਸ ਤਰ੍ਹਾਂ ਦੇ ਪੈਸੇ ਲਾਉਂਦੇ ਆ। ਤੇ ਜੇ ਇਹ ਤਨਖਾਹਾਂ ਤੇ ਸਲਾਹਕਾਰ ਰੱਖੇ ਹੁੰਦੇ, ਕੋਈ ਸਰਕਾਰ ਨਹੀਂ ਅੱਜ ਤੱਕ ਮੈਂ ਦੇਖੀ ਜਿਹੜੀ ਬਿਊਰੋਕਰੈਟ ਨੂੰ ਆਪਣੇ ਸਲਾਹਕਾਰ ਨਾ ਰੱਖਿਆ ਹੋਵੇ ਜੀ। ਮੈਨੂੰ ਨਹੀਂ ਮੈਂ ਇਹਨਾਂ ਨੇ ਕੋਈ ਆਪਣੇ ਆਲੇ ਦੁਆਲੇ ਕੋਈ ਇਹੋ ਜਿਹਾ ਸਲਾਹਕਾਰ, ਕੋਈ ਮਾਹਰ ਰੱਖਿਆ ਹੋਵੇ। ਜੇ ਮਾਹਰ ਸਲਾਹਕਾਰ ਰੱਖਿਆ ਹੁੰਦਾ ਨਾ, ਬਕਾਇਦਾ ਤਨਖਾਹ ਵਾਲਾ ਬਿਊਰੋਕਰੈਟ, ਤਾਂ ਮੈਨੂੰ ਲੱਗਦਾ ਜਦੋਂ ਕਾਨੂੰਨ ਬਣਨ ਵਾਲਾ ਹੁੰਦਾ ਉਹਨੂੰ ਬਿਲਕੁਲ ਹਰ ਹਾਲ 'ਚ ਟੋਕਣਾ ਸੀ ਜੀ ਵੀ ਇਹਦੇ ਜਿਹੜੇ ਦੂਰਗਾਮੀ ਜਿਹੜੇ ਨਤੀਜੇ ਨਾ ਇਹ ਤੁਹਾਡੇ ਫਾਇਦੇ 'ਚ ਨਹੀਂ ਰਹਿਣੇ ਜੀ। ਪਰ ਇਹਨਾਂ ਦਾ ਇੱਕ ਕੰਮ ਹੈ, ਸਿਆਸੀ ਬੰਦਿਆਂ ਦਾ ਕੰਮ ਹੈ, ਪੂਰਾ ਇਕੱਠਾ ਹੋਇਆ ਆ, ਜਿੱਧਰ ਨੂੰ ਧੁੱਸ ਦੇ ਕੇ ਤੁਰ ਪੈਂਦੇ ਆ। ਆਹ ਕਰ ਲਓ ਬਈ, ਉਧਰ ਚਲੇ ਗਏ, ਚੋਣਾਂ ਜਿੱਤ ਲਈਆਂ, ਆਹ ਸਰਕਾਰ ਬਣ ਗਈ, ਤੋੜ ਦਿਓ ਵੀ ਸਾਡੀ ਸਰਕਾਰ ਬਣ ਜਾਊਗੀ ਜੀ। ਇਸ ਤਰੀਕੇ ਨਾਲ ਨਹੀਂ ਚੱਲਦਾ ਹੁੰਦਾ ਕੰਮ ਜੀ।
ਕਿਤੇ ਨਾ ਕਿਤੇ ਨੇ ਕਿਸੇ ਨੇ ਆਵਾਜ਼ ਤਾਂ ਉਠਾਉਣੀ ਸੀ ਨਾ। ਜੇ ਤੁਹਾਡੇ ਖਿਲਾਫ ਸੀਏ ਵਾਲਿਆਂ ਨੇ ਉਠਾ ਲਈ, ਉਹ ਤੁਹਾਡੇ ਰਾਸ ਆ ਗਈ, ਖਤਮ ਹੋ ਗਿਆ ਕੰਮ। 370 ਦਾ ਕੰਮ ਸੀਗਾ, ਤੁਸੀਂ ਚੱਕ ਕੇ ਸਾਰੇ ਨੇਤਾ ਨਜ਼ਰਬੰਦ ਕਰ ਦਿੱਤੇ। 7-8 ਮਹੀਨੇ 14 ਮਹੀਨੇ 15 ਮਹੀਨੇ ਅੰਦਰ ਰਹੇ ਆ, ਉਹ ਕੰਮ ਨਹੀਂ ਕਿਸੇ ਨੇ ਉਠਾਇਆ, ਉਹ ਖਤਮ ਹੋ ਗਿਆ ਕੰਮ। ਹੁਣ ਇਹ ਥੋੜੀ ਵੀ ਤੁਸੀਂ ਹਰੇਕ ਤੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਚਾਹੋ ਤੁਸੀਂ ਕਾਨੂੰਨ ਥੋਪ ਦੋਗੇ ਜੀ। ਕਾਨੂੰਨ ਬਣਾਉਣ ਦੀ ਗੱਲ ਹੈ। ਸੰਵਿਧਾਨ ਲਿਖਿਆ ਸੀ ਅਕਸਰ ਡਾਕਟਰ ਅੰਬੇਡਕਰ ਹੋਣਾ ਨੇ, ਉਹਨਾਂ ਨੇ ਵੀ ਤਾਂ ਪਤਾ ਨਹੀਂ ਕਿੰਨਿਆਂ ਦੀ ਰਾਏ ਲਈ ਹੋਣੀ ਆ, ਇਕੱਲੇ ਦੇਸ਼ ਦੀ ਨਹੀਂ, ਵਿਦੇਸ਼ਾਂ 'ਚ ਅੰਗਰੇਜ਼ਾਂ ਤੋਂ ਕਈਆਂ ਤੋਂ ਰਾਏ ਲੈ ਕੇ ਬਣਾਇਆ। ਮੌਜੂਦਾ ਸਾਰੇ ਸੰਵਿਧਾਨ ਪੜ੍ਹੇ ਉਹਨਾਂ ਨੇ, ਬਹੁਤ ਰਾਇਆਂ ਕਰ ਕੇ ਫੇਰ ਹੀ ਉਹ ਕਿਸੇ ਨਿਚੋੜ ਤੇ ਪਹੁੰਚ ਕੇ ਬਣਾਇਆ ਸੀ, ਔਰ ਬੜੇ ਸਲੀਕੇ ਨਾਲ ਤਿਆਰ ਕੀਤਾ ਸੀ ਸੰਵਿਧਾਨ। ਮਾੜਾ ਮੋਟੀ ਗੱਲ ਨਹੀਂ ਸੀਗੀ। ਤੇ ਜੇ ਤੁਸੀਂ ਅੱਜ ਉਸ ਸੰਵਿਧਾਨ ਦੇ ਵਿੱਚ ਕੋਈ ਸੋਧ ਕਰਦੇ ਆ, ਤਾਂ ਵੀ ਇੱਕ ਕਮੇਟੀ ਬਣੀ ਹੁੰਦੀ ਹੈ ਸੰਸਦ ਦੀ, ਕੋਈ ਸਿਲੈਕਟ ਕਮੇਟੀ ਹੁੰਦੀ ਆ, ਕੋਈ ਐਡਵਾਈਜ਼ਰੀ ਕਮੇਟੀ ਹੁੰਦੀ ਹੈ, ਕਈ ਤਰ੍ਹਾਂ ਦੀ ਕਮੇਟੀਆਂ ਕਾਹਦੇ ਲਈ ਬਣਾਈਆਂ ਹੁੰਦੀਆਂ, ਇਸੇ ਕਰਕੇ ਹੁੰਦੀਆਂ। ਜੇ 4 ਬੰਦਿਆਂ ਦੇ ਵਿੱਚ ਇੱਕ ਬੰਦਾ ਆਵਾਜ਼ ਵੀ ਉਠਾਊਗਾ ਤਾਂ ਉਹਦੇ ਤੇ ਵਿਚਾਰ ਤਾਂ ਹੋਊਗੀ। ਨਹੀਂ, ਇਹ ਗੱਲ ਤਾਂ ਉਹ ਮੰਨਦੇ ਆ ਵੀ ਅਸੀਂ ਗਲਤ ਕੀਤਾ, ਪਰ ਹੁਣ ਉਹਨੂੰ ਰੱਦ ਕਰਨ ਨੂੰ ਹਾਲੇ ਵੀ ਨਹੀਂ ਮੰਨਦੇ। ਨਹੀਂ, ਫਿਰ ਉੱਥੇ ਇੱਜ਼ਤ ਦਾ ਸਵਾਲ, ਮੈਂ ਤਾਂ ਹੀ ਤਾਂ ਕਹਿਣਾ, ਹੁਣ ਇੱਜ਼ਤ ਦਾ ਸਵਾਲ ਬਣ ਗਿਆ ਨਾ। ਹੁਣ ਸ਼ੇਰਗਿੱਲ ਸਾਹਿਬ, ਜਦੋਂ ਲੋਕਾਂ ਦਾ ਹੀ ਭਲਾ ਨਹੀਂ ਹੋ ਰਿਹਾ, ਫਿਰ ਝੂਠ ਦੀ ਕਾਹਦੀ ਇੱਜ਼ਤ ਹੈ? ਜਦੋਂ ਅਸੀਂ ਸਰਕਾਰ ਬਣਾਈ ਆ ਸਹੀ ਕੰਮ ਕਰਨ ਲਈ, ਲੋਕਾਂ ਦਾ ਭਲਾ ਕਰਨ ਲਈ ਸਰਕਾਰ ਬਣਾਈ ਆ, ਤੇ ਉਹਦੇ ਬਾਵਜੂਦ ਵੀ ਫਿਰ ਉਹਦੇ 'ਚ ਕਾਹਦੀ ਇੱਜ਼ਤ ਹੈ? ਇਹ ਸਾਰੀ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਮਿਲਦੇ ਹਾਂ ਜੀ ਕੁਝ ਦੇਰ ਬਾਅਦ ਇਸੇ ਪ੍ਰੋਗਰਾਮ ਵਿੱਚ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤੇ ਸ਼ੇਰਗਿੱਲ ਸਾਹਿਬ, ਗੱਲ ਫਿਰ ਉੱਥੇ ਹੀ ਆ ਕਿ ਜੋ ਇਹਨਾਂ ਨੇ ਤਜਵੀਜ਼ ਭੇਜੀ ਆ, ਤੁਸੀਂ ਦੱਸਿਆ ਕਿ ਉਹਦੇ ਨਾਲ, ਹਾਲਾਂਕਿ ਉਹਦੇ 'ਚ ਕੁਝ ਗੱਲਾਂ ਹੈ ਜਿਹੜੀਆਂ ਕਿਸਾਨ ਪੱਖੀ ਨੇ, ਪਰ ਉਹ ਸਾਰੀਆਂ ਦੀਆਂ ਸਾਰੀਆਂ ਨਹੀਂ ਹੈਗੀਆਂ। ਉਹ ਗੱਲ ਅੱਧੇ ਬਾਟੇ ਕਿਉਂ ਰੱਖਦੇ ਆ? ਇਹ ਕੀ ਇਹਨਾਂ ਦੀ ਪਰੇਸ਼ਾਨੀ ਕੀ ਆ ਕੇਂਦਰ ਸਰਕਾਰ ਦੀ? ਦੇਖੋ, ਇਹ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਦੇਖ ਸਕਦੇ ਆ ਵੀ ਇਹ ਮੀਟਿੰਗਾਂ ਕਰਕੇ, ਤਜਵੀਜ਼ਾਂ ਭੇਜ ਕੇ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਆ। ਕਿਉਂਕਿ ਹੁਣ ਜਦੋਂ ਉਹ ਸਾਰੇ ਚਾਰੇ ਪਾਸੇ ਨਹੀਂ ਉਹਨਾਂ ਦੀ ਗੱਲ ਬਣਦੀ, ਤਾਂ ਉਹਨਾਂ ਨੇ ਕਈ ਘਤੀਤਾਂ ਛੱਡਣੀਆਂ ਜੀ। ਹੋ ਸਕਦਾ ਆਪਣੇ ਵਿੱਚ ਬੰਦੇ ਛੱਡ ਕੇ ਵੀ ਇਹਨਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ, ਵੱਧ ਤੋਂ ਵੱਧ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਆ। ਇਹ ਤਾਂ ਹੁਣ ਕਿਸਾਨਾਂ ਨੂੰ ਸੁਚੇਤ ਔਰ ਪੂਰੀ ਤਰ੍ਹਾਂ ਚੌਕਸ ਰਹਿਣਾ ਪਊਗਾ। ਗੱਲ ਕਰਦੇ ਆ ਮੀਟਿੰਗ ਦੀ। ਜਦੋਂ ਨਿਰਧਾਰਿਤ ਮੀਟਿੰਗ ਰੱਖੀ ਹੋਈ ਸੀਗੀ 9 ਤਰੀਕ ਦੀ ਜੀ, ਤਾਂ ਫਿਰ 8 ਤਰੀਕ ਨੂੰ ਐਟ ਦੀ ਸਪੌਟ ਅਚਾਨਕ ਗ੍ਰਹਿ ਮੰਤਰੀ ਨੂੰ ਐਡੀ ਕਿਹੜੀ ਕਾਲੀ ਪੈ ਗਈ ਕਿ ਜੇ ਉਹ ਮਸਲਾ ਹੱਲ ਕਰਵਾ ਦੇਣਗੇ ਜੀ। ਜੇ ਉਦੋਂ ਇਹਨਾਂ ਨੂੰ ਮਸਲਾ ਪਤਾ ਸੀ ਮੈਂ ਹੱਲ ਕਰਵਾ ਸਕਦਾ, ਤੇ ਪਹਿਲੀਆਂ 3 ਮੀਟਿੰਗਾਂ ਜਿਹੜੀਆਂ ਉਹ ਮੰਤਰੀਆਂ ਨਾਲ ਵੱਖਰੇ ਕਰਦੇ ਰਹੇ, ਉਹ ਕਿਸਾਨਾਂ ਨਾਲ ਕਿਉਂ ਨਹੀਂ ਆ ਕੇ ਕੀਤੀਆਂ? ਜੀ, ਪਹਿਲੀ ਗੱਲ। ਦੂਸਰੀ ਗੱਲ, ਜੇ ਇਹਨਾਂ ਨੂੰ ਲੱਗਦਾ ਵੀ ਮੈਂ ਮਸਲਾ ਹੱਲ ਕਰਵਾ ਲੂੰਗਾ, ਤੇ ਫਿਰ ਇਹਨਾਂ ਨੇ 31-32 ਦੇ ਵਿੱਚੋਂ ਜਿਹੜੇ ਪਹਿਲੀ ਮੀਟਿੰਗ 'ਚ 40-45 ਗਏ ਸੀਗੇ ਪੂਰੇ ਦੇਸ਼ ਦੇ, 31-32 ਪੰਜਾਬ ਦੇ ਸੀਗੇ, ਤੇ ਉਹਨਾਂ ਦੇ ਵਿੱਚੋਂ ਸਿਰਫ 13 ਨੂੰ ਸੱਦਣ ਦੀ ਕੀ ਤੁੱਕ ਬਣਦੀ ਆ? ਤੁਸੀਂ ਆਪੇ ਹੀ ਦੱਸਦਾ। ਵੈਸੇ ਮੈਂ ਇਹੀ ਗੱਲ ਪੁੱਛਣੀ ਸੀ ਵੀ ਜਦੋਂ ਤੁਹਾਡੇ ਮਿਨਿਸਟਰਸ ਨਾਲ, ਜਿਹੜੀ ਕੈਬਨਿਟ ਦੇ ਮਿਨਿਸਟਰਾਂ ਨਾਲ ਮੀਟਿੰਗ ਹੁੰਦੀ, ਉਦੋਂ ਤੁਹਾਨੂੰ ਪਤਾ ਵੀ ਉਹ 31 ਜਾਂ 32 ਜਾਂ 40 ਜਾਂ 41 ਬੰਦੇ ਵੀ ਗਏ ਸੀ ਲਾਸਟ। ਬਿਲਕੁਲ ਗਏ ਸੀਗੇ। ਤੇ ਜਦੋਂ ਗ੍ਰਹਿ ਮੰਤਰੀ ਸਾਹਿਬ ਉਹੀ ਬੰਦਿਆਂ ਨੂੰ ਸੱਦਦੇ ਆ, ਤੇ ਉਹ 15 ਨੂੰ ਕਿਉਂ ਸੱਦਦੇ ਆ? ਕਿ ਇਹਨਾਂ ਦੇ ਦਫ਼ਤਰਾਂ 'ਚ ਕੁਰਸੀਆਂ ਦੀ ਕਮੀ ਆ? ਬਿਲਕੁਲ, ਇਹਦੇ ਬਾਰੇ ਵੀ ਤਾਂ ਹੀ ਮੈਂ ਕਹਿੰਦਾ ਸਵਾਲ ਤਾਂ ਉੱਠਦੇ ਆ ਨਾ ਵੀ ਤੁਸੀਂ 13 ਬੰਦਿਆਂ ਨੂੰ ਸੱਦ ਕੇ ਕੀ ਸੰਦੇਸ਼ ਦਿੱਤਾ ਵੀ ਤੁਹਾਡੇ 'ਚ ਅਸੀਂ ਫੁੱਟ ਪਾਉਣਾ ਚਾਹੁੰਦੇ ਆ, ਕੱਲ ਨੂੰ ਕਹੋਗੇ ਜੀ ਫਲਾਣੇ ਬੰਦੇ ਤਾਂ ਮੰਨ ਕੇ ਗਏ ਆ। ਮੈਨੂੰ ਹੋਰ ਲੱਗਦਾ ਇਹਨਾਂ ਨੂੰ ਕਿਸੇ ਜੋਤਸ਼ੀ ਨੇ ਕਿਹਾ ਹੋਣਾ ਬੰਦੇ 14 ਹੀ ਸੱਦਿਓ। ਉਹ ਗੱਲ ਉਦੋਂ ਇੱਕ ਗੱਲ ਹੋਰ ਵੀ ਜੁੜਦੀ ਹੈ ਨਾਲ ਜੀ। ਉਦੋਂ ਭਾਰਤ ਬੰਦ ਹੋ ਗਿਆ ਸਫਲ ਜੀ। ਇੰਨਾ ਕੁ ਸਫਲ ਹੋ ਗਿਆ ਸੋਸ਼ਲ ਮੀਡੀਆ ਤੇ ਮੀਡੀਆ ਹੋਰ ਚੈਨਲਾਂ ਦੇ ਉੱਤੇ, ਬਈ ਉੱਥੇ ਹਰ ਪਾਸੇ ਗੱਲ ਭਾਰਤ ਬੰਦ ਦੀ। ਜੇ ਕੋਈ ਤੁਸੀਂ ਸੋਸ਼ਲ ਮੀਡੀਆ ਟਵਿੱਟਰ ਦੇਖ ਲਓ ਤਾਂ ਉੱਤੇ ਹੈਸ਼ਟੈਗ ਭਾਰਤ ਬੰਦ ਦਾ ਆਉਂਦਾ ਸੀਗਾ। ਉੱਥੇ ਹਰੇਕ ਬੰਦਾ, ਚਾਹੇ ਛੋਟਾ ਹੈ, ਚਾਹੇ ਕਲਾਕਾਰ ਹੈ, ਚਾਹੇ ਕੋਈ ਐਕਟਰ ਹੈ, ਚਾਹੇ ਗਾਇਕ ਆ, ਉਹਨਾਂ ਨੇ ਇੱਕ ਹੈਸ਼ਟੈਗ ਸ਼ੁਰੂ ਕਰ ਦਿੱਤਾ, ਮੈਂ ਭਾਰਤ ਬੰਦ ਦਾ ਸਮਰਥਨ ਕਰਦਾ ਹਾਂ। ਜੀ। ਉਸ ਤੋਂ ਵੀ ਸ਼ਾਇਦ ਹੋ ਸਕਦਾ ਕਿਤੇ ਸਰਕਾਰ ਘਬਰਾ ਕੇ ਵੀ ਲੱਗਦਾ ਵੀ ਇਹ ਕਿਤੇ ਪੂਰੇ ਮੀਡੀਆ 'ਚ ਫੈਲ ਨਾ ਜਾਵੇ ਜੀ, ਉਹਨੂੰ ਕਿਸੇ ਤਰੀਕੇ ਨਾਲ ਤਾਰਪੀਡੋ ਕਰਨ ਲਈ, ਜਾਂ ਉਹਦੀ ਜਿਹੜਾ ਅਸਰ, ਉਹਦਾ ਇੰਪੈਕਟ ਘੱਟ ਕਰਨ ਲਈ ਗ੍ਰਹਿ ਮੰਤਰਾਲੇ ਨੇ ਕੋਈ ਚਾਲ ਜਾਂ ਕੋਈ ਤਰਕੀਬ ਸੋਚੀ ਹੋਵੇ ਵੀ ਇਹਦੇ ਨਾਲ ਜੇ ਆਪਾਂ ਅੱਜ ਦੀ ਮੀਟਿੰਗ ਸੱਦ ਲਈਏ ਤਾਂ ਸਾਡੀ ਹਾਈਲਾਈਟ ਹੋ ਜਾਣੀ ਹੈ। ਔਰ ਕਈਆਂ ਨੇ ਕੀਤੀ ਵੀ ਆ ਜੀ, ਵੀ ਅਮਿਤ ਸ਼ਾਹ ਨਾਲ ਵੀ ਮੀਟਿੰਗ ਬੇਸਿੱਟਾ ਰਹੀ। ਹਾਲਾਂਕਿ ਉਹਦਾ ਏਜੰਡਾ ਕੋਈ ਨਹੀਂ ਸੀਗਾ, ਉਹ ਤਾਂ ਇਹਨਾਂ ਨੇ ਬਾਅਦ ਚ ਆਪ ਵੀ ਕਿਹਾ ਕਿ ਉਹ ਗੈਰ ਰਸਮੀ ਮੀਟਿੰਗ, ਜਦ ਏਜੰਡਾ ਕੋਈ ਨਹੀਂ ਸੀਗਾ ਤੇ ਫਿਰ ਉਹਦੇ ਵਿੱਚ 13 ਬੰਦਿਆਂ ਨੂੰ ਕੇਵਲ ਸੱਦਣਾ, 40 ਦੇ ਵਿੱਚੋਂ ਆਪਣੇ ਆਪ 'ਚ ਕਈ ਸਵਾਲ ਖੜੇ ਕਰਦਾ ਆ ਜੀ। ਉਹਦੇ ਵਿੱਚ ਜਿਹੜੀ ਅੰਦਰਲੀ ਗੱਲ ਸੀਗੀ ਉਹ ਬਲਵੀਰ ਸਿੰਘ ਰਾਜੇਵਾਲ ਹੋਣੀ ਆ। ਦੇਖੋ ਜਿੰਨੇ ਆਗੂ ਮੋਹਰੇ ਹੈਗੇ ਆ, ਕੋਈ ਐਡਵੋਕੇਟ ਆ, ਕੋਈ ਗ੍ਰੈਜੂਏਟ ਆ, ਕੋਈ ਡਾਕਟਰ ਆ ਤੇ ਕੋਈ ਕੁਛ ਆ ਜੀ, ਸਾਰੇ ਸੁਲਝੇ ਹੋਏ ਸੀਗੇ। ਜਦ ਗੱਲ ਕਹਿੰਦੇ ਪਹਿਲਾਂ ਰੱਖੀ ਇਹਨਾਂ ਨੇ ਮੀਟਿੰਗ ਗ੍ਰਹਿ ਮੰਤਰੀ ਨੇ ਆਪਣੇ ਘਰ ਜੀ, ਕਿਸਾਨਾਂ ਨੇ ਕਹਿਤਾ ਵੀ ਨਹੀਂ ਅਸੀਂ ਘਰ ਨਹੀਂ ਆਉਣਾ। ਬਿਲਕੁਲ ਉਹਨਾਂ ਦੀ ਮੀਟਿੰਗ ਆਪਣੀ ਲੇਟ ਚੱਲੀ ਆ ਫੈਸਲਾ ਕਰਨ ਲਈ ਵੀ ਜਾਈਏ ਕਿ ਨਾ ਜਾਈਏ, ਕਿਉਂਕਿ ਸੱਦਾ ਕਿਸੇ ਨੂੰ ਆਇਆ ਸੀ ਕਿਸੇ ਨੂੰ ਨਹੀਂ ਆਇਆ ਸੀ। ਉਗਰਾਹਾਂ ਗਰੁੱਪ ਜਿਹੜਾ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਉਹ ਸਭ ਤੋਂ ਵੱਡਾ ਗਰੁੱਪ ਆ ਔਰ ਮੇਰੇ ਲੱਗਦਾ ਸਭ ਤੋਂ ਵੱਡਾ ਐਗਰੈਸਿਵ ਵੀ ਜ਼ਿਆਦਾ ਇਸ ਵੇਲੇ ਉਹੀ ਚੱਲ ਰਿਹਾ। ਟਿਕਰੀ ਬਾਰਡਰ ਤੇ ਜੇ ਅੱਜ ਤੱਕ ਜੇ ਧਰਨਾ ਲਾ ਕੇ ਬੈਠਾ ਹੋਇਆ ਤਾਂ ਉਗਰਾਹਾਂ ਗਰੁੱਪ ਦਾ ਬਹੁਤ ਵੱਡੀ ਗਿਣਤੀ 'ਚ ਬੈਠੇ ਹੋਏ ਤੇ ਜੀ, ਉਹਨੂੰ ਸੱਦਾ ਪੱਤਰ ਹੀ ਨਹੀਂ ਆਇਆ। ਉਸ ਮੀਟਿੰਗ 'ਚ ਗੱਲ ਚੱਲੀ ਆ ਬਈ ਤੁਸੀਂ ਇਹ ਨਾ ਜਾਓ, ਇਹਨਾਂ ਦੀ ਫੁੱਟ ਪਾਉਣ ਦੀ ਕੋਸ਼ਿਸ਼ ਆ, ਸਾਨੂੰ ਸੱਦਾ ਪੱਤਰ ਨਹੀਂ ਆਇਆ। ਹੋਰ ਵੀ ਕਈਆਂ ਨੂੰ ਨਹੀਂ ਸੱਦਿਆ,
ਪਰ ਕਿਸਾਨਾਂ ਦਾ ਤਰਕ ਜਿਹੜਾ ਸੀ ਉਹ ਵੀ ਇੱਕ ਮਾਇਨੇ ਰੱਖਦਾ ਜੀ। ਉਹ ਕਹਿੰਦੇ ਆ ਵੀ ਅਸੀਂ ਇਹਨਾਂ ਦੀ ਚਾਲ ਨੂੰ ਸਫਲ ਨਹੀਂ ਹੋਣ ਦੇਣਾ। ਬਿਲਕੁਲ। ਕੱਲ ਨੂੰ ਇਹ ਆਪਣੀ ਗੱਲ ਨਾ ਰੱਖਣ ਵੀ ਦੇਖੋ ਅਸੀਂ ਤਾਂ ਮੀਟਿੰਗ ਵਾਲੇ ਸੱਦਦੇ ਸੀ, ਕਿਸਾਨ ਹੀ ਨਹੀਂ ਆਏ। ਬਿਲਕੁਲ। ਇਸੇ ਤਰਕ ਨੂੰ ਲੈ ਕੇ ਉਹ ਗਏ ਤੇ ਜਦੋਂ ਜਾਂਦਿਆਂ ਹੀ ਬਲਬੀਰ ਸਿੰਘ ਰਾਜੇਵਾਲ ਹੁਣੀ ਗੱਲ ਕਰਦੇ ਸੀਗੇ, ਕਹਿੰਦੇ ਜਦੋਂ ਗ੍ਰਹਿ ਮੰਤਰੀ ਹੁਣਾਂ ਨੇ ਸ਼ੁਰੂ ਕੀਤੀ ਨਾ ਗੱਲ ਵੀ ਦੇਖੋ ऐसा होगा, ये होगा, इसका फ़ायदा होगा किसानों के, तो राजेवाल उन्होंने कहा भाई मंत्री साहब ये हमने बातें सब पिछली 3-4 मीटिंग में सुन चुके हैं जी, सारा हमको डिटेल मालूम है, आप हमसे पूछ ले हम आपको बता देते हैं इसकी डिटेल क्या है जी। बात तो सिर्फ इतनी है हाँ या ना। क्या तो हिंदी बोलना मैं देख लो पूरी फिर ਹੁਣ ਜੋ ਅੰਦਰ ਗੱਲ ਹੋਈ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ। ਦੇਖੋ ਹੁਣ ਹਿੰਦੀ 'ਚ ਗੱਲ ਕੀਤੀ ਉਹਨਾਂ ਨੇ। ਫਿਰ ਡਾਕਟਰ ਦਰਸ਼ਨਪਾਲ ਆ ਜੀ, ਜਦੋਂ ਮੀਟਿੰਗ ਖਤਮ ਹੋਈ, ਮੀਟਿੰਗ ਸਿਰਫ ਚੱਲੀ ਅੱਧਾ ਘੰਟਾ, ਘੁਮਾਉਣ ਨੂੰ ਲੱਗੇ 4 ਘੰਟੇ ਜੀ। 7-7:30 ਦੀ ਤੁਰੀ ਉਹ ਮੀਟਿੰਗ 9:30-10 ਵਜੇ ਸ਼ੁਰੂ ਹੁੰਦੀ ਆ, ਅੱਧੇ 35 ਮਿੰਟ 'ਚ ਬਾਹਰ ਆ ਜਾਂਦੇ ਆ। ਤੇ ਇਹ ਕੋਈ ਮੀਟਿੰਗ ਤਾਂ ਨਹੀਂ ਨਾ, ਫਿਰ ਇੱਕ ਕਿਸਮ ਦਾ ਵਰਗਲਾਉਣ ਦੀ ਕਹਿ ਲਓ, ਭਰਮਾਉਣ ਦੀ ਗੱਲ ਸੀ ਵੀ ਲੋਕਾਂ ਨੂੰ ਦੱਸਣ ਲਈ ਵੀ ਹਾਂ ਵੀ ਹੁਣ ਤਾਂ ਗ੍ਰਹਿ ਮੰਤਰੀ ਨੇ ਵੀ ਮੀਟਿੰਗ ਕਰ ਲਈ ਆ। ਤੇ ਗ੍ਰਹਿ ਮੰਤਰੀ ਪਹਿਲਾਂ ਕਿਉਂ ਨਹੀਂ ਕਰਦਾ ਸੀਗਾ? ਪਹਿਲਾਂ ਆਪ ਕਰਕੇ ਮੀਟਿੰਗ ਦੂਜਿਆਂ ਨੂੰ ਤੋਰ ਦਿੰਦਾ ਸੀਗਾ। ਉਹਨਾਂ ਨਾਲ ਤਾਂ 3-4 ਵਾਰੀ ਹੋ ਗਈ ਸੀ। ਜੇ ਸੱਚੀ ਤੌਰ ਤੇ ਉਹ ਗੰਭੀਰ ਹੈ ਇਸ ਮਸਲੇ ਨੂੰ ਨਿਪਟਾਉਣ ਲਈ ਤੇ ਪਹਿਲੇ ਦਿਨ ਤੋਂ ਹੀ ਆ ਜਾਂਦਾ, ਆ ਜਾਓ ਜੀ ਕੀ ਕਹਿੰਦੇ ਮੈਂ ਕਰਦਾ ਗੱਲ ਤੁਹਾਡੇ ਨਾਲ ਜੀ। 35 ਮਿੰਟਾਂ 'ਚ ਨਿਬੇੜਤੀ ਗੱਲ। ਡਾਕਟਰ ਦਰਸ਼ਨਪਾਲ ਦਾ ਬੜਾ ਵਧੀਆ ਉਹਨਾਂ ਦਾ ਬਿਆਨ ਸੀਗਾ। ਉਹ ਕਹਿੰਦੇ ਮੈਂ ਤਾਂ ਇਹ ਸੋਚਦਾ ਹੁੰਦਾ ਸੀ ਪਰ ਗ੍ਰਹਿ ਮੰਤਰੀ ਪਤਾ ਨਹੀਂ ਕਿੰਨੇ ਕੁ ਰੱਖੇ ਬੋਲਣਗੇ ਵੀ ਇਹਨਾਂ ਦਾ ਜਿਹੜਾ ਬੋਲਣ ਦਾ ਲਹਿਜਾ ਕਿੰਨਾ ਕੁ ਸਖਤ ਹੋਊਗਾ, ਪਰ ਸਾਡੇ ਨਾਲ ਬਹੁਤ ਹੀ ਸਹਿਜੇ ਵਧੀਆ ਲਹਿਜੇ 'ਚ ਪੇਸ਼ ਆਏ ਆ, ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਆ ਜੀ। ਗੱਲ ਸਿਰਫ ਉੱਥੇ ਇਹ ਆ ਗਈ ਸੀਗੀ ਵੀ ਯਾਰ ਸੌਦਾ ਕਰ ਲਾਂਗੇ, ਜੋ ਤੁਹਾਨੂੰ ਹੈਗੀ ਹੈ MSP ਦੀ ਉਹ ਲਿਖਤੀ ਗਰੰਟੀ ਦੇ ਦਾਂਗੇ, ਪਰ ਸਾਨੂੰ ਹੁਣ ਕੋਈ ਇਹਦੇ ਨਾਲ ਮਤਲਬ ਨਹੀਂ, ਕਿਉਂਕਿ ਰਾਜੇਵਾਲ ਉਹਨਾਂ ਨੇ ਕਿਹਾ ਵੀ ਮੰਨ ਲਓ ਤੁਹਾਡੀਆਂ ਅੱਜ ਜਿਹੜੀਆਂ ਤਜਵੀਜ਼ਾਂ ਤੁਸੀਂ ਅੰਦਰ ਸਾਨੂੰ ਦੱਸ ਰਹੇ ਆ ਮੀਟਿੰਗ 'ਚ ਵੀ ਸੋਧ ਕਰ ਦਿੰਦੇ ਆ, MSP ਗਰੰਟੀ ਦੇ ਦਿੰਦੇ ਆ, ਜੇ ਇਦਾਂ ਮੰਨ ਕੇ ਬਾਹਰ ਚਲ ਗਏ ਤਾਂ ਸਾਡਾ ਉੱਥੇ ਕਿਸਾਨਾਂ ਦਾ ਕੁਛ ਨਹੀਂ ਰਹਿਣਾ। ਉੱਥੇ ਇਸ ਤਰੀਕੇ ਨਾਲ ਹਫੜਾ ਦਫੜੀ ਮੱਚ ਜਾਣੀ ਆ ਵੀ ਤੁਸੀਂ ਇਦਾਂ ਕਿਉਂ ਕੀਤਾ, ਕਿਉਂਕਿ ਅਸੀਂ ਇੱਕ ਮਿਸ਼ਨ ਲੈ ਕੇ ਤੁਰੇ ਆ। ਕਾਨੂੰਨ ਤੁਸੀਂ ਕਿਸੇ ਨੂੰ ਪੁੱਛ ਕੇ ਨਹੀਂ ਬਣਾਇਆ, ਕਿਸੇ ਕਿਸਾਨ ਨੂੰ ਲੈ ਕੇ ਵਿੱਚ ਸ਼ਾਮਲ ਕਰਕੇ ਨਹੀਂ ਬਣਾਇਆ, ਇਹ ਆਪਦਾ ਤੁਸੀਂ ਬਣਾਇਆ ਹੋਇਆ ਤੇ ਹੁਣ ਤੁਸੀਂ ਸਾਡੇ ਤੇ ਥੋਪ ਰਹੇ। ਸਿੱਧੀ ਜੀ ਗੱਲ ਆ ਵੀ ਕਾਨੂੰਨ ਰੱਦ ਕਰੋ ਤਾਂ ਗੱਲ ਚੱਲਣੀ ਆ ਜੀ। 35 ਮਿੰਟਾਂ 'ਚ ਬਾਹਰ ਆ ਗਏ। ਹੁਣ ਇਹ ਜਿਹੜੀ ਗੱਲ ਤਾਂ ਹੀ ਉੱਠਦੀ ਆ ਵੀ ਮੀਟਿੰਗ ਨੂੰ ਜਿਹੜੇ ਅਗਲੇ ਦਿਨ ਰੱਖੀ ਸੀਗੀ ਉਹ ਇੱਕ ਵੈਲ ਪਲੈਨਡ ਔਰ ਤਰੀਕੇ ਨਾਲ ਪਹਿਲੇ ਗੇੜ ਤੋਂ ਬਾਅਦ 6ਵੇਂ ਗੇੜ ਦੀ ਚੱਲਣੀ ਸੀਗੀ ਜੀ, ਤੇ ਉਹ ਤੋਂ ਪਹਿਲਾਂ ਮੀਟਿੰਗ ਬੁਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ। ਦੂਸਰੀ ਗੱਲ ਉੱਠੀ ਇਹ ਸੀਗੀ ਵੀ ਕਿਸਾਨਾਂ ਨੂੰ ਇਹਨਾਂ ਮੀਟਿੰਗਾਂ 'ਚ ਜਾਣਾ ਨਹੀਂ ਚਾਹੀਦਾ ਸੀਗਾ। ਉਹ ਵੀ ਗੱਲ ਚੱਲੀ ਆ, ਉਗਰਾਹਾਂ ਵਾਲਿਆਂ ਨੇ ਤਾਂ ਸਾਫ਼ ਹੀ ਕਹਿਤਾ ਸੀਗਾ ਵੀ ਇਹ ਸਾਡੇ ਵਿੱਚ ਵੰਡੀਆਂ ਪਾਉਂਦੇ ਆ, ਸੁਚੇਤ ਹੋ ਜਾਓ। ਹੁਣ ਵੀ ਕੋਸ਼ਿਸ਼ ਉਹਨਾਂ ਦੀ ਇਹ ਰਹਿਣੀ ਹੈ ਵੀ ਜਦੋਂ ਚਾਰੇ ਪਾਸੇ ਗੱਲ ਕਿਸੇ ਪਾਸੇ ਨਹੀਂ ਲੱਗਦੀ ਤਾਂ ਫਿਰ ਉਹਨਾਂ ਨੂੰ ਇਸ ਤਰੀਕੇ ਜਿਹੜੇ ਇਹ ਤਰੀਕਾ ਵੀ ਕਹਿ ਲਓ, ਹੋਰ ਵੀ ਕਈ ਤਰੀਕੇ ਅਪਣਾ ਸਕਦੀ ਹੈ ਸਰਕਾਰ ਇਹਨਾਂ ਨੂੰ ਉੱਥੋਂ ਖਿੰਡਾਉਣ ਪੰਡਾਉਣ ਲਈ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਜਿੰਨਾ ਭਖੂਗਾ ਉਹਨਾਂ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਣਗੀਆਂ ਇਹਨੂੰ ਕਿਸੇ ਤਰੀਕੇ ਨਾਲ ਪਿੱਛੇ ਮੋੜਨ ਲਈ ਜਾਂ ਉੱਥੇ ਠੱਪ ਕਰਨ ਲਈ। ਪਰ ਜੋ ਹਾਲਾਤ ਸਿੰਘੂ ਬਾਰਡਰ ਤੇ ਦੱਸਦੇ ਆ, ਮੈਂ ਤਾਂ ਨਹੀਂ ਗਿਆ, ਤੁਸੀਂ ਗਏ ਆ ਜਾਂ ਹੋਰ ਵੀ ਆਪਣੇ ਮਿੱਤਰ ਭਾਈਚਾਰਾ ਜਾਂਦਾ ਰਹਿੰਦਾ, ਕਿਉਂਕਿ ਹਰੇਕ ਬੰਦਾ ਪੰਜਾਬ ਦਾ ਚਾਹੁੰਦਾ ਆ ਵੀ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਉੱਥੇ ਆਪਣੀ ਅੱਖੀਂ ਦੇਖ ਕੇ ਆਵਾਂ। ਜੋ ਮੈਂ TV ਤੇ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਸੁਣਦਾ ਦੇਖਦਾ ਆ ਉਹ ਠੀਕ ਹੈ, ਸਹੀ ਆ, ਪਰ ਉੱਥੇ ਜਾ ਕੇ ਜਦੋਂ ਦੇਖ ਕੇ ਆਉਂਦਾ ਬੰਦਾ ਨਾ ਉਹ ਆਪਣੇ ਆਪ ਅੱਖਾਂ ਚੋਂ ਆਉਣ ਵਾਲੀਆਂ ਹੁੰਦੀਆਂ ਆ ਜਿਸ ਤਰੀਕੇ ਨਾਲ ਉਹਨਾਂ ਦੇ ਮੈਨੇਜਮੈਂਟ ਚੱਲ ਰਹੀ ਆ ਜੀ। ਤੁਸੀਂ ਇੱਕ ਗੱਲ ਦੱਸੀ ਦਰਸ਼ਨਪਾਲ ਜੀ ਦੀ, ਤੇ ਮੈਂ ਇਹਨਾਂ ਦੇ ਜਥੇਬੰਦੀਆਂ ਦੇ ਕਿਸੇ ਲੀਡਰ ਦੀ ਗੱਲ ਸੁਣਦਾ ਸੀ। ਉਹ ਕਹਿੰਦੇ ਜਦੋਂ ਇਹ ਮਿੰਨਾ ਹੱਸਦੇ ਆ ਤੇ ਸਾਨੂੰ ਇਹਨਾਂ ਦੇ ਜਿਹੜੇ ਦੰਦ ਕਿਚਰਨ ਦੀ ਆਵਾਜ਼ ਸਮਝ ਆਉਂਦੀ ਆ ਜੀ, ਤੇ ਜਦੋਂ ਇਹ ਮਿੱਠੀਆਂ ਗੱਲਾਂ ਕਰਦੇ ਤੇ ਇਹਨਾਂ ਦੇ ਮਨ ਦੀ ਜਿਹੜੀ ਜ਼ਹਿਰ ਆ ਉਹ ਸਮਝ ਲੱਗਦੀ ਆ ਸਾਨੂੰ, ਤੇ ਅਸੀਂ ਇਹਨਾਂ ਦੀਆਂ ਕਿਸੇ ਗੱਲਾਂ 'ਚ ਨਹੀਂ ਆਉਣਾ। ਇਹਨਾਂ ਨੇ ਸਾਨੂੰ ਪਾੜਨ ਦੀ ਤੇ ਤੋੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਆ, ਪਰ ਅਸੀਂ ਸਾਰੇ ਇਕਜੁੱਟ ਆ। ਉਹ ਗੱਲ ਇਸ ਗੱਲ ਤੋਂ ਵੀ ਸਿੱਧ ਹੋਈ ਆ ਕਿ ਇਹਨਾਂ ਨੇ ਹਾਲਾਂਕਿ ਗ੍ਰਹਿ ਮੰਤਰੀ ਦਾ ਸੱਦਾ ਪ੍ਰਵਾਨ ਕਰ ਲਿਆ ਸੀ, ਪਰ ਉੱਥੇ ਜਾਣ ਤੋਂ ਪਹਿਲਾਂ ਇਹਨਾਂ ਨੇ ਆਪਸ ਦੇ ਵਿੱਚ ਮੀਟਿੰਗ ਕਰਕੇ ਫੇਰ ਹੀ ਸਹਿਮਤੀ ਬਣਾਈ ਸੀ ਕਿ ਅਸੀਂ ਜਾ ਰਹੇ ਹਾਂ। ਬਿਲਕੁਲ ਸਹਿਮਤੀ ਬਣਾ ਕੇ ਗਏ ਸੀਗੇ। ਕੁਝ ਚੈਨਲ ਜਿਹੜੇ ਆ ਉਹਦੇ ਲਈ ਉਲਟ-ਪੁਲਟ ਖਬਰਾਂ ਜ਼ਰੂਰ ਦੱਸਦੇ ਸੀ, ਪਰ ਇਹਦੇ 'ਚ ਕਿਸੇ ਕਿਸਮ ਦੀ ਕੋਈ ਤਰੇੜ ਨਹੀਂ ਹੈਗੀ। ਨਹੀਂ, ਤਰੇੜ ਨਹੀਂ ਸੀਗੀ, ਉਹਦਾ ਆਵਾਜ਼ ਜ਼ਰੂਰ ਉੱਠੀ ਆ ਪਰ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਕੁਝ ਨੇ ਸੱਦ ਲਿਆ ਤੇ ਕੁਝ ਨੂੰ ਨਹੀਂ ਸੱਦਿਆ। ਇਹਦਾ ਮਤਲਬ ਇਹਨਾਂ ਦੇ ਮਨ ਦੇ ਵਿੱਚ ਕਿਤੇ ਜਿਹੜੀ ਮਨਸ਼ਾ ਜਿਹੜੀ ਨੀਅਤ ਉਹ ਖਰਾਬ ਆ। ਮੈਂ ਹੋਰ ਦੱਸ ਦਵਾਂ, ਇਸ ਮੀਟਿੰਗ ਤੋਂ ਸ਼ਾਮ ਨੂੰ ਹੋਣੀ ਸੀ ਮੀਟਿੰਗ, ਉਹ ਤੋਂ ਪਹਿਲਾਂ ਕਾਨੂੰਨ ਮੰਤਰੀ ਜਿਹੜੇ ਰਵੀ ਸ਼ੰਕਰ ਪ੍ਰਸਾਦ ਹੋਣੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਜੀ। ਦੇਖੋ ਉਹਨਾਂ ਦਾ ਤਰਕ ਜੋ ਪੇਸ਼ ਕਰਨਾ ਹੁੰਦਾ ਸਰਕਾਰ ਦਾ ਠੀਕ ਆ, ਉਹ ਆਪਣੇ ਨਾਲ ਦਸਤਾਵੇਜ਼ ਲਿਆ ਕੇ ਮੀਡੀਆ ਨੂੰ ਦਿਖਾਲਦੇ ਆ ਕਿ 2007 ਵਿੱਚ ਮਨਮੋਹਨ ਸਰਕਾਰ ਸੀਗੀ ਜੀ, 2009 'ਚ ਮਨਮੋਹਨ ਸਰਕਾਰ ਸੀਗੀ, 2012 'ਚ ਮਨਮੋਹਨ ਸਰਕਾਰ ਸੀਗੀ, ਉਦੋਂ ਇਹ ਕੋਸ਼ਿਸ਼ਾਂ ਹੋਈਆਂ ਮੰਡੀ ਤੋੜ ਦਿਆਂਗੇ, ਆਹ ਕਰ ਦਿਆਂਗੇ, ਜੋ ਕੁਝ ਅਸੀਂ ਕਰ ਰਹੇ ਆ ਇਹ ਕੋਸ਼ਿਸ਼ਾਂ 2007, 9, 12 ਤੋਂ ਹੋ ਰਹੀਆਂ ਜੀ। ਤੇ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਬਿਲਕੁਲ ਭਲੇ ਉਹ ਮਾਨਸੋ ਉਦੋਂ ਤੁਸੀਂ ਕਿਉਂ ਵਿਰੋਧ ਕਰਦੇ ਸੀ? ਫਿਰ ਬਿਲਕੁਲ ਉਹ ਉਦੋਂ ਕਾਨੂੰਨ ਬਣਨ ਤੋਂ ਕਿਉਂ ਰੁਕ ਗਿਆ ਸੀਗਾ? ਕਿਉਂਕਿ ਇਹਨਾਂ ਨੇ ਵਿਰੋਧ ਕੀਤਾ ਸੀ। ਬਿਲਕੁਲ
ਸਾਰੀ ਭਾਜਪਾ ਉਦੋਂ ਵਿਰੋਧ ਕਰ ਰਹੀ ਸੀ। ਆਪਾਂ ਪਿਛਲੀ ਵੀ ਗੱਲ ਕੀਤੀ ਸੀ ਵੀ 2009 ਦੇ ਵਿੱਚ ਜਿਹੜੀ ਮੁੱਖ ਮੰਤਰੀਆਂ ਦੀ ਕਮੇਟੀ ਬਣਾਈ ਸੀ ਜਿਹਦੇ ਚੇਅਰਮੈਨ ਨਰਿੰਦਰ ਮੋਦੀ ਸਨ, ਉਹਨਾਂ ਨੇ ਵੀ ਕਿਹਾ ਸੀਗਾ ਵੀ MSP ਨੂੰ ਕਾਨੂੰਨ ਬਣਾਓ ਜੀ। ਇਸ ਵਿਰੋਧ ਕਰਕੇ ਉਹ 3 ਵਾਰੀ ਨਹੀਂ ਪੇਸ਼ ਕਰ ਸਕੇ। ਬਿਲਕੁਲ 2014 ਤੁਹਾਡੀ ਸਰਕਾਰ ਬਣਦੀ ਆ, ਸ਼ਾਂਤਾ ਕੁਮਾਰ ਦੀ ਅਗਵਾਈ 'ਚ ਕਮੇਟੀ ਬਣਦੀ ਆ, ਉਹ ਤੁਹਾਨੂੰ ਸਾਰੀਆਂ ਸਿਫਾਰਿਸ਼ਾਂ ਦਿੰਦਾ ਵੀ ਆਹ ਕਰ ਦਿਓ, ਉਹ ਕਰ ਦਿਓ ਜੀ। ਤੁਸੀਂ ਉਹਨੂੰ ਲਾਗੂ ਕਰਦੇ ਨੇ, ਕਿਉਂ? ਤੁਹਾਡੇ ਵਿਰੋਧ ਕਰਨ ਵਾਲਾ ਕੋਈ ਨਹੀਂ ਬਚਿਆ ਤਾਂ ਕਰਕੇ। ਬਿਲਕੁਲ। ਮੈਂ ਅੱਜ ਵੀ ਕਿਤੇ ਦੇਖਦਾ ਸੀ ਕਿ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ MSP ਲਾਗੂ ਹੋਈ ਹੋਆ, ਇਹਨਾਂ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਗੱਲੀ ਬਾਤੀ ਆ ਨਾ, ਕਿਤੇ ਪਾਇਆ ਨਹੀਂ ਕਾਨੂੰਨ ਦੇ ਵਿੱਚ। ਇਹੀ ਤਾਂ ਮੰਗ ਆ ਵੀ ਜਿਹੜੀ ਤੁਸੀਂ ਗੱਲ ਬਾਰ-ਬਾਰ ਦੁਹਰਾ ਰਹੇ ਆ, 70 ਸਾਲ में कांग्रेस ने कुछ नहीं किया, हमने कर दिया। 70 साल ने कांग्रेस ने टनल नहीं बनाया, हमने अटल टनल बना दिया जी। 70 साल ने कांग्रेस ने इन्ने एयरपोर्ट नहीं बनाए, ਅਸੀਂ ਬਣਾਤੇ ਬਣਾ ਕੇ। ਤੇ ਜੇ ਹੁਣ ਉਹ 에ਅਰਪੋਰਟ ਬਣਾਤੇ, ਇੰਨਾ ਕੁਝ 70 ਸਾਲਾਂ 'ਚ ਕਰਦੇ ਆ, ਤੇ ਇਹ ਇੱਕ ਕੰਮ ਹੋਰ 70 ਸਾਲ 'ਚ ਕਰ ਦਿਓ ਤਾਂ ਜੀ ਕੀ ਫਰਕ ਪੈ ਜਾਊਗਾ? ਨਹੀਂ, ਜਦੋਂ ਇਹ ਰਵੀ ਸ਼ੰਕਰ ਪ੍ਰਸਾਦ ਜੀ ਇਹ ਗੱਲ ਕਹਿੰਦੇ ਆ ਕਿ ਉਹ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਨਹੀਂ ਕੀਤੀ, ਆਪਣਾ ਨਹੀਂ ਦੱਸਦੇ। ਇਹਨਾਂ ਨੂੰ ਵੋਟਾਂ ਵੀ ਤਾਂ ਇਸੇ ਕਰਕੇ ਲੋਕਾਂ ਨੇ ਪਾਈਆਂ ਸੀ ਕਿ ਉਹ ਗਲਤ ਕਰਦੇ ਸੀ। ਆਪਣਾ ਨਹੀਂ ਇਹ ਦੱਸਦੇ ਵੀ ਅਸੀਂ ਵਿਰੋਧ ਕਰਦੇ ਸੀਗੇ, ਜਾਂ ਤਾਂ ਆਪਣਾ ਦੱਸਣ ਨਾ ਵੀ ਉਹ ਕਰਦੇ ਸੀ, ਅਸੀਂ ਵਿਰੋਧ ਕਰਦੇ ਸੀਗੇ। ਠੀਕ ਹੈ, ਉਹ ਦਸਤਾਵੇਜ਼ ਲੈ ਕੇ ਪੇਸ਼ ਕਰਤੇ ਮੀਡੀਆ ਮੋਰੇ, ਆਪਣਾ ਪੱਖ ਦੱਸਿਆ ਵੀ ਦੇਸ਼ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੁਛ ਹੁੰਦਾ ਸੀਗਾ, ਪਰ ਲਾਗੂ ਤਾਂ ਨਹੀਂ ਨਾ ਕੀਤਾ ਉਹਨਾਂ ਨੇ। ਬਿਲਕੁਲ ਠੰਡੇ ਬਸਤੇ ਦੇ ਵਿੱਚ ਹੀ ਪਿਆ ਸੀਗਾ। ਹੁਣ ਤੁਸੀਂ ਕਿਸੇ ਨੂੰ ਸਲਾਹ ਤਾਂ ਲੈਂਦੇ, ਕਰਨਾ ਵੀ ਸੀਗਾ, ਸਲਾਹ ਤਾਂ ਲੈਂਦੇ, ਪ੍ਰਾਈਵੇਟ ਮੰਡੀਆਂ ਲਿਆਉਣੀਆਂ। ਠੀਕ ਹੈ, ਕਿਸਾਨ ਚਾਹੁੰਦਾ ਮੇਰੀ ਉਪਜ ਜਿਹੜੀ ਵੱਧ ਤੋਂ ਵੱਧ ਵਿਕੇ, ਪਰ ਉਹਨੂੰ ਇੱਕ ਲਿਮਿਟ ਤੈਅ ਕੀਤੀ ਹੋਈ ਆ ਮਿਨੀਮਮ ਸਪੋਰਟ ਪ੍ਰਾਈਸ ਦੀ, ਉਹ ਤਾਂ ਪੱਕਾ ਕਰੋ ਨਾ ਉਹਨੂੰ ਜੀ, ਜੇ ਤੋਂ ਉਹਦਾ ਸ਼ੋਸ਼ਣ ਹੋਰ ਨਾ ਹੋਵੇ। ਜੇ ਇੰਨੇ ਚਿਰ ਦਾ 70 ਸਾਲ ਦਾ ਤੁਸੀਂ ਸਮਝਦੇ ਆ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਆਇਆ, ਜਿਹੜੇ ਵਿਚੋਲੀਏ ਖਾਂਦੇ ਆਏ ਕਿਸਾਨਾਂ ਨੂੰ, ਤੁਸੀਂ ਉਹਨਾਂ ਦੇ ਵਿੱਚੋਂ ਕੱਢਣਾ ਚਾਹੁੰਦੇ ਆ, ਤਾਂ ਉਹਦਾ ਤਰੀਕਾ ਤਾਂ ਸਹੀ ਲੱਭੋ। ਅਸੀਂ ਅਕਸਰ ਇਹ ਦੇਖਦੇ ਹਾਂ ਕਿ ਜਦੋਂ ਕਿਸੇ ਵੀ ਸਿਆਸੀ ਪਾਰਟੀ ਤੇ ਕੋਈ ਦੋਸ਼ ਲੱਗਦੇ ਆ, ਚਾਹੇ ਉਹ ਕਰਪਸ਼ਨ ਦੇ ਹੋਣ, ਚਾਹੇ ਉਹ ਕਿਸੇ ਗਲਤ ਕਾਨੂੰਨ ਦੇ, ਤੇ ਉਹ ਉਹਦੇ ਤਰਕ ਦੇ ਵਿੱਚ ਇਹ ਕਹਿੰਦੇ ਆ ਕਿ ਦੂਜੇ ਵੀ ਇਦਾਂ ਹੀ ਕਰਦੇ ਸੀ। ਬਿਲਕੁਲ ਜੀ, ਫਿਰ ਤੁਸੀਂ ਉਹਨਾਂ ਦੀ ਲਾਈਨ ਨੂੰ ਫੋਲੋ ਕਰਨਾ। ਬਿਲਕੁਲ ਜੀ। ਸ਼ੇਰਗਿੱਲ ਸਾਹਿਬ, ਗੱਲਬਾਤ ਜਾਰੀ ਰਹੂਗੀ ਕਿਉਂਕਿ ਜਿਹੜਾ ਕਾਨੂੰਨ ਜਿਹੜੀ ਉਹਨਾਂ ਨੇ ਲਿਖੀ ਕਾਗਜ਼ ਲਿਖ ਕੇ ਭੇਜਿਆ ਸੀ ਕਿਸਾਨਾਂ ਨੂੰ, ਉਹਨੂੰ ਕਿਸਾਨਾਂ ਨੇ ਪੜ੍ਹਨ ਤੋਂ ਬਾਅਦ ਰੱਦ ਕੀਤਾ ਜੀ। ਬਿਲਕੁਲ। ਉਸ ਤੋਂ ਬਾਅਦ ਕਿਸਾਨਾਂ ਦੀ ਕੀ ਰੂਪਰੇਖਾ ਹੈ, ਇਹਦੀ ਆਪਾਂ ਚਰਚਾ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਕੁਝ ਸਮੇਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਵਿਚਾਰ ਚਰਚਾ ਦੇ ਅਸੀਂ ਅਗਲੇ ਹਿੱਸੇ 'ਚ ਆ ਗਏ ਹਾਂ ਚਰਚਾ ਕਰਦੇ ਕਰਦੇ। ਤੇ ਸ਼ੇਰਗਿੱਲ ਸਾਹਿਬ, ਗੱਲ ਇੱਥੇ ਪਹੁੰਚੀ ਆ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਜਾਂ ਇੱਕ ਡਾਕੂਮੈਂਟ ਭੇਜਿਆ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਕੀ ਅਸੀਂ ਕਰ ਸਕਦੇ ਹਾਂ ਤੇ ਕੀ ਤੁਸੀਂ ਸਾਡੀ ਗੱਲ ਮੰਨ ਲਓ ਤੇ ਅੰਦੋਲਨ ਨੂੰ ਖਤਮ ਕਰੋ। ਕਿਸਾਨਾਂ ਨੇ ਉਹਨੂੰ ਮੁੱਢ ਤੋਂ ਹੀ ਨਕਾਰ ਦਿੱਤਾ ਤੇ ਅਗਲੀ ਰੂਪਰੇਖਾ ਕਿਸਾਨਾਂ ਨੇ ਕੀ ਬਣਾਈ ਹੈ ਜੀ? ਦੇਖੋ, ਜਿਹੜੀ ਤਜਵੀਜ਼ਾਂ ਭੇਜੀਆਂ ਉਹਦੇ ਬਾਰੇ ਵੀ ਕਈਆਂ ਨੇ ਸਵਾਲ ਕਰਨਾ ਆਇਆ ਕਿ ਕਿਸਾਨਾਂ ਨੂੰ ਇਹਦੇ ਪ੍ਰਤੀ ਗੰਭੀਰਤਾ ਨਾਲ ਵਿਚਾਰ ਲੈਣਾ ਚਾਹੀਦਾ ਸੀਗਾ ਜੀ। ਪਰ ਜੇ ਆਪਾਂ ਇਹ ਤਾਂ ਥੋੜ੍ਹਾ ਜਿਹਾ ਪਿਛੋਕੜ ਦੇਖੀਏ ਤਾਂ ਜਿੰਨੀਆਂ ਮੀਟਿੰਗਾਂ ਹੋਈਆਂ ਇਹਨਾਂ ਦੇ ਨਾਲ, ਉਹਨਾਂ ਦੇ ਵਿੱਚ ਵੀ ਤਾਂ ਇਹੋ ਜਿਹੀਆਂ ਤਜਵੀਜ਼ਾਂ ਹੀ ਰੱਖੀਆਂ ਸੀ ਉਹਨਾਂ ਨੇ, ਜਿੱਥੇ ਉਹਨਾਂ ਨੇ ਯੈਸ ਔਰ ਨੋ ਦਾ ਕਰਕੇ ਦਿਖਾਲ ਕੇ ਆ ਗਏ ਸੀਗੇ। ਬਿਲਕੁਲ। ਸੋ ਆਪਾਂ ਜੇ ਕਈਆਂ ਦੇ ਮਨਾਂ 'ਚ ਸ਼ੰਕੇ ਜ਼ਰੂਰ ਹੁੰਦੇ ਆ ਵੀ ਦੇਖੋ ਹੁਣ ਸਰਕਾਰ ਤਾਂ ਬਹੁਤ ਢਿੱਲੀ ਪੈ ਗਈ ਆ, ਦੱਬ ਗਈ ਆ, ਝੁੱਕ ਗਈ ਆ, ਵੀ ਹੁਣ ਕਿਸਾਨਾਂ ਨੂੰ ਥੋੜ੍ਹਾ ਜਿਹਾ ਹੋਰ ਗੰਭੀਰਤਾ ਨਾਲ ਇਹਨੂੰ ਵਿਚਾਰ ਲੈਣਾ ਚਾਹੀਦਾ ਆ। ਪਰ ਆਪਣੇ ਨਾਲੋਂ ਕਿਤੇ ਵੱਧ ਸਿਆਣੇ ਬੰਦੇ ਉੱਥੇ ਬੈਠੇ ਆ। ਬਿਲਕੁਲ। ਉਹਨਾਂ ਨੂੰ ਸਾਰਾ ਪਤਾ ਵੀ ਉਹ ਕੇਸ ਮਿਸ਼ਨ ਨੂੰ ਲੈ ਕੇ ਤੁਰੇ ਸੀ, ਇਹਦੇ ਨਫੇ ਨੁਕਸਾਨ ਦਾ ਸਾਰਾ ਪਤਾ ਉਹਨਾਂ ਨੂੰ। ਆਪਾਂ ਉਹਨਾਂ ਨਹੀਂ ਪੜ੍ਹਿਆ ਹੋਣਾ ਬਿਲਕੁਲ ਜਿੰਨਾ ਉਹਨਾਂ ਆਗੂਆਂ ਨੇ ਮੋਹਰੇ ਹੋ ਕੇ ਪੜ੍ਹਿਆ, ਵਾਚਿਆ ਔਰ ਦੇਖਿਆ, ਔਰ ਉਹਨਾਂ ਨੇ ਜੋ ਨੀਤ ਆ ਸਰਕਾਰ ਦੀ ਉਹ ਉਹਨਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਦੇਖੀ ਆ। ਬਿਲਕੁਲ। ਮੈਂ ਉਹ ਜਾਇਜ਼ਾ ਲਿਆ ਆ ਉਹਨਾਂ ਨੇ। ਮੈਂ ਉਹਦੇ ਵਿੱਚ ਇੱਕ ਗੱਲ ਹੋਰ ਜੋੜਾਂ ਕਿ ਸਾਰੇ ਹਿੰਦੁਸਤਾਨ ਨੇ ਮੰਨ ਲਿਆ ਕਿ ਪੰਜਾਬ ਜਿਸ ਤਰੀਕੇ ਨਾਲ ਅੰਦੋਲਨ ਨੂੰ ਲੀਡ ਕਰ ਰਿਹਾ ਉਹ ਬਿਲਕੁਲ ਠੀਕ ਹੈ। ਬਿਲਕੁਲ ਜੀ, ਇਹ ਜਿਹੜਾ ਬੰਦ ਦਾ ਇਹ ਗੱਲ ਕੀਤੀ ਉਹਨਾਂ ਨਾਲੋਂ ਜ਼ਿਆਦਾ ਸਿਆਣੇ ਨਹੀਂ ਹੈਗੇ, ਪਰ ਫਿਰ ਵੀ ਮੇਰੀ ਇੱਕ ਨਿੱਜੀ ਰਾਏ ਆ, ਇੱਦਾਂ ਲੱਗਦਾ ਆ ਵੀ ਕਿਸਾਨਾਂ ਨੂੰ ਇਹਨਾਂ ਦੀ ਜਿਹੜੀ ਗੱਲ ਆ, ਕੇਂਦਰ ਨੂੰ ਕਿਸਾਨਾਂ ਦੀ ਗੱਲ ਇਸ ਲੈਵਲ ਤੇ ਮੰਨਣੀ ਚਾਹੀਦੀ ਹੈ ਵੀ ਇਹ ਕੋਈ ਕਾਨੂੰਨ ਨਲ ਐਂਡ ਵੋਇਡ ਕਰਕੇ ਨਵੀਂ ਜਿਹੜੀ ਨੀਤੀ ਤਿਆਰ ਕਰਨ ਤੇ MSP ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਖਲੋਣ, ਨਾ ਕਿ 2 ਫਸਲਾਂ ਤੇ ਬਲਕਿ ਸਾਰੀਆਂ ਫਸਲਾਂ ਤੇ ਹੋਵੇ, ਉਹ ਗਾਰੰਟਡ ਪ੍ਰਾਈਸ ਜਿਹੜੀ ਆ ਉਹ ਦਿੱਤੀ ਜਾਵੇ। ਗੱਲ ਉਹੀ ਆ ਜਾਂਦੀ ਨਾ ਵੀ ਕੇਂਦਰ ਸਰਕਾਰ ਫਸ ਗਈ ਆ ਜੀ, ਇਹਨੂੰ ਉਭਾਰ ਕੇ। ਬਿਲਕੁਲ। ਸਾਰੇ ਦੇਸ਼ 'ਚ ਤਾਂ MSP ਹੈ ਨਹੀਂ ਜੀ। ਉਹ 2006 ਦੇ ਵਿੱਚ ਬਿਹਾਰ ਨੇ ਤੋੜ ਦਿੱਤੀ ਸੀਗੀ, ਮਹਾਰਾਸ਼ਟਰ, ਮੱਧ ਪ੍ਰਦੇਸ਼, UP, ਗੁਜਰਾਤ ਕਿਤੇ ਵੀ ਨਹੀਂ MSP ਹੈਗੀ ਜੀ। MSP ਹੈਗੀ ਤਾਂ ਸਿਰਫ ਪੰਜਾਬ ਤੇ ਹਰਿਆਣੇ 'ਚ ਆ। ਉਹ ਸਿਰਫ ਸਰਕਾਰ ਨੂੰ ਪਤਾ ਸੀ ਤੇ ਜਾਂ ਪੰਜਾਬ ਹਰਿਆਣੇ ਨੂੰ ਪਤਾ ਸੀਗਾ ਜੀ, ਕਿਸੇ ਹੋਰ ਸਟੇਟ ਨੂੰ ਥੋੜੀ ਪਤਾ ਸੀਗਾ। ਬਿਲਕੁਲ। ਵੀ MSP ਮਿਲਦੀ ਕਿ ਨਹੀਂ ਮਿਲਦੀ। ਹੁਣ ਜਦੋਂ ਰੌਲਾ ਪੈ ਗਿਆ ਤਾਂ ਹੁਣ ਤੁਸੀਂ ਦੇਖਿਆ ਹੋਣਾ ਝੋਨਾ ਬਿਹਾਰ 'ਚੋਂ ਆ ਕੇ ਵਿਕ ਰਿਹਾ ਸੀ, UP ਤੋਂ ਆ ਕੇ ਵਿਕ ਰਿਹਾ ਸੀ, ਮੱਧ ਪ੍ਰਦੇਸ਼ ਤੋਂ, ਰਾਜਸਥਾਨ 'ਚੋਂ ਕਿਉਂ ਵਿਕ ਰਿਹਾ ਸੀ? ਉਹਨਾਂ ਨੂੰ ਹੁਣ MSP ਦੀ ਸਮਝ ਲੱਗ ਗਈ ਜੀ। ਤੇ ਜਦੋਂ ਹੁਣ ਸਮਝ ਲੱਗ ਗਈ MSP ਦੀ, ਤੇ ਕੁਦਰਤੀ ਗੱਲ ਆ ਜੇ ਪੰਜਾਬ ਵਾਲੇ, ਵੈਸੇ ਕਹਿਣਾ ਮੈਂ ਇਹ ਨਹੀਂ ਵੀ ਛੱਡਣ ਨੂੰ ਕਹਿਣਾ, ਜੇ ਮੰਨ ਲਓ ਕਿਸਾਨ ਕਹਿ ਵੀ ਦਿੰਦੇ ਆ ਚਲੋ ਠੀਕ ਹੈ ਜੀ ਗਰੰਟੀ ਦੇ ਦਿਓ, ਕਾਨੂੰਨ ਨਾ ਬਣਾਓ, ਤੇ ਕੱਲ ਨੂੰ ਜਿਹੜਾ ਰਾਜਸਥਾਨ ਵਾਲਾ ਕਿਸਾਨ ਕਹੂਗਾ ਸਾਡੀ MSP ਕਿੱਥੇ ਆਵੇ? ਬਿਲਕੁਲ। ਬਿਹਾਰ ਵਾਲਾ ਕਹੂਗਾ ਸਾਨੂੰ ਤੁਸੀਂ ਇੰਨੀਆਂ ਜ਼ਮੀਨਾਂ ਦੇ ਮਾਲਕ ਆ, ਅਸੀਂ ਜਾ ਕੇ ਦਿਹਾੜੀਆਂ ਕਰਦੇ ਪੰਜਾਬ ਦੇ ਵਿੱਚ, ਸਾਡੀ MSP ਕਿੱਥੇ ਆ? ਸੋ ਇਹ ਜਿਹੜਾ ਅੰਦੋਲਨ ਹੁਣ ਜਦੋਂ ਦੇਸ਼ ਪੱਧਰ ਤੋਂ
ਆਲਮੀ ਬਣ ਚੁੱਕਾ ਆ। ਉਹਦੇ ਵਿੱਚ ਹੁਣ ਸਰਕਾਰ ਜਿਹੜਾ ਉਹ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਆ। ਇਸੇ ਕਰਕੇ ਉਹ ਹੁਣ ਵਾਸਤਾ ਵੀ ਪਾ ਰਹੀ ਆ ਵੀ ਯਾਰ ਇੱਜ਼ਤ ਦਾ ਸਵਾਲ ਆ, ਜੇ ਇੱਜ਼ਤ ਦਾ ਸਵਾਲ ਆ ਤੁਸੀਂ ਫਸ ਗਏ ਆ, ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਫਸ ਗਏ ਆ ਵੀ ਇਹਨੂੰ ਹੁਣ ਤੁਸੀਂ ਦੁਰਸਤ ਕਿਵੇਂ ਕਰਨਾ। ਇਹਦੇ ਵਿੱਚ ਵੀ ਉਹ ਮਾਹਰ ਨਹੀਂ ਲਿਆਉਂਦੇ ਆ, ਆਪਸੀ ਹੀ ਗੱਠਮਿਟ ਕਰੀ ਜਾਂਦੇ ਆ। ਉਹ ਗੱਠਮਿਟ ਨਾਲ ਗੱਲ ਨਹੀਂ ਬਣਦੀ ਹੁੰਦੀ ਆ। ਇੱਕ ਮਾਹਰ ਸਲਾਹਕਾਰ ਉਹ ਜ਼ਰੂਰ ਹੋਣਾ ਚਾਹੀਦਾ। ਤੁਸੀਂ ਦੇਖੋ ਕਿਤੇ ਜਦੋਂ ਘਰ ਦੇ ਵਿੱਚ ਜੁਆਇੰਟ ਫੈਮਿਲੀ ਹੋਵੇ ਨਾ, ਤੇ ਇੱਕ ਬੰਦਾ ਜਿਹੜਾ ਜ਼ਰੂਰ ਇਹੋ ਜਿਹਾ ਹੁੰਦਾ ਜਿਹਦੇ ਕੋਲ ਹਰੇਕ ਘਰ ਦਾ ਮੈਂਬਰ ਸਲਾਹ ਲੈਂਦਾ ਜਾ ਕੇ ਜੀ, ਚਾਹੇ ਉਹ ਸਿਆਣਾ ਬਜ਼ੁਰਗ ਹੋਵੇ, ਚਾਹੇ ਭਰਾਵਾਂ 'ਚੋਂ ਵੱਡਾ ਹੋਵੇ, ਚਾਹੇ ਭੈਣਾਂ 'ਚੋਂ ਵੱਡਾ ਹੋਵੇ। ਉਹਦੀ ਸਲਾਹ, ਚਾਹੇ ਵਿਆਹ ਵੀ ਹੋ ਜਾਣ ਕੁੜੀਆਂ, ਭਰਾ ਵੀ ਕਦੇ ਦੂਰ ਰਹਿੰਦਾ ਹੋਵੇ, ਉਹਦਾ ਇੱਕ ਵਾਰੀ ਫੋਨ ਤੇ ਰਾਬਤਾ ਕਰਕੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਲਾਹ ਜ਼ਰੂਰ ਲਈ ਜਾਂਦੀ ਆ। ਉਹਦੀ ਪੋਟਲੀ 'ਚ ਸਾਰੇ ਹੱਲ ਹੁੰਦੇ ਆ। ਮਰਜ਼ੀ ਬੇਸ਼ੱਕ ਆਪਣੀ ਕੀਤੀ ਜਾਵੇ ਪਰ ਸਲਾਹ ਜ਼ਰੂਰ ਲਈ ਜਾਂਦੀ ਆ। ਇਹ ਮੈਨੂੰ ਲੱਗਦਾ ਨਹੀਂ, ਜਦੋਂ ਦੇਖੋ ਇਹ 4-5 ਬੰਦੇ ਹੁੰਦੇ ਆ ਮੀਟਿੰਗ ਕਰਨ ਵਾਲੇ ਆ, ਉਹ ਵੀ ਸਿਆਸੀ ਹੁੰਦੇ ਆ। ਇਹਨਾਂ ਨੇ 5 ਸਾਲ ਹੈਗੇ ਆ, ਠੀਕ ਹੈ, ਇਹਨਾਂ ਨੇ ਕਬਜ਼ਾ ਕਰਕੇ ਰੱਖਿਆ ਪਿਆ, ਅਸੀਂ ਪਤਾ ਨਹੀਂ ਸੱਤਾ 'ਚੋਂ ਹਟਣਾ ਹੀ ਨਹੀਂ ਜੀ। ਔਰ ਗੱਲ ਵੀ ਉਹਨਾਂ ਦੀ ਠੀਕ ਹੈ, ਵਿਰੋਧੀ ਧਿਰ ਜਿੰਨਾ ਚਿਰ ਕਾਇਮ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਦਾ ਸੱਤਾ 'ਚੋਂ ਹਟਣ ਦਾ ਸਵਾਲ ਵੀ ਉੱਠਦਾ ਨਹੀਂ ਅਜੇ। ਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਸਲਾਹਕਾਰ ਰੱਖੋ ਹੀ ਨਾ, ਕਿਤੇ ਮਾਹਰ ਰੱਖੋ ਹੀ ਨਾ। ਹਰੇਕ ਮਹਿਕਮੇ ਦਾ ਮਾਹਰ ਜ਼ਰੂਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸਮੇਂ-ਸਮੇਂ ਤੇ ਗਾਈਡ ਕਰਦਾ ਰਹੇ, ਨਾ ਕਿ ਤੁਸੀਂ ਬਿਊਰੋਕਰੇਟ ਨੂੰ ਕਹੋ ਇਦਾਂ ਕਰ ਦਿੱਤਾ ਨਾ, ਐਂ ਹੀ ਹੋਣਾ ਚਾਹੀਦਾ ਜੀ। ਇਦਾਂ ਨਹੀਂ ਗੱਲ ਚੱਲਦੀ ਹੁੰਦੀ ਆ ਕਿਤੇ ਵੀ। ਜੇ ਘਰ ਤੋਂ ਸ਼ੁਰੂ ਕੀਤੀ ਗੱਲ, ਮੈਂ ਪਿੰਡ ਦੇ ਪੰਚਾਇਤ ਦੇ ਵਿੱਚ ਸ਼ੁਰੂ ਕੀਤੀ ਗੱਲ, ਜੇ 5 ਪੰਚ ਹੋਣ 7 ਹੋਣ, ਉਹਦੇ ਵਿੱਚ ਵੀ ਸਰਪੰਚ ਜਦੋਂ ਇਕੱਠਾ ਹੁੰਦਾ ਤਾਂ ਪੰਚਾਂ ਦਾ ਕਿਹਾ ਸਿਰ ਮੱਥੇ ਐਵੇਂ ਤਾਂ ਨਹੀਂ ਕਹਿੰਦੇ ਜੀ, ਸਲਾਹ ਲੈ ਕੇ ਤੁਰਦਾ। ਹੁਣ ਜਿਹੜੀ ਗੱਲ ਆਪਾਂ ਕਰਨੀ ਆ ਉਹ ਇਹਨਾਂ ਦੀ ਕਿਸਾਨਾਂ ਦੀ ਰੂਪਰੇਖਾ ਦੀ ਜੀ। ਜਦੋਂ ਹੁਣ ਗੱਲ ਸਿਰੇ ਤੇ ਪਹੁੰਚ ਗਈ ਆ ਵੀ ਅਸੀਂ ਤੁਹਾਡੀਆਂ ਤਜਵੀਜ਼ਾਂ ਜਿਹੜੀਆਂ ਕਾਨੂੰਨ ਰੱਦ ਕਰਨ ਤੋਂ ਬਿਨਾਂ ਕੋਈ ਵੀ ਸਾਨੂੰ ਪ੍ਰਵਾਨ ਨਹੀਂ ਜੀ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੁਖ ਹੋਰ ਸਖਤ ਕਰ ਲਿਆ। ਦੇਸ਼ ਭਰ 'ਚ ਜਿਹੜਾ ਆਪਣਾ ਅੰਦੋਲਨ ਤਿੱਖਾ ਕਰਨ ਦਾ ਜਿਹੜਾ ਐਲਾਨ ਕਰਤਾ ਆ, ਜਿਹਦੇ ਵਿੱਚ ਉਹਨਾਂ ਨੇ 12 ਤਰੀਕ ਦਸੰਬਰ ਨੂੰ, 12 ਦਸੰਬਰ ਵਾਲੇ ਦਿਨ ਪੰਜਾਬ ਦੇ ਵਿੱਚ ਤਾਂ ਟੋਲ ਫ੍ਰੀ ਜਿਹੜੇ ਆ, ਟੋਲ ਪਲਾਜ਼ੇ ਆ ਫ੍ਰੀ ਹੋਏ ਉਹਨੂੰ 2-2.5 ਮਹੀਨੇ 3 ਮਹੀਨੇ ਹੋ ਚੱਲੇ ਆ ਜੀ। ਇਹਨਾਂ ਨੇ ਹੁਣ 12 ਤਰੀਕ ਨੂੰ ਪੂਰੇ ਦੇਸ਼ 'ਚ ਟੋਲ ਪਲਾਜ਼ੇ ਫ੍ਰੀ ਕਰ ਦੇਣੇ ਆ ਜੀ। ਕਹਿਣ ਤੋਂ ਭਾਵ ਉੱਥੇ ਧਰਨੇ ਬੈਠਣਗੇ, ਦੇਣਗੇ ਔਰ ਉਹਨਾਂ ਨੂੰ ਗੱਡੀਆਂ ਫ੍ਰੀ ਆਫ ਵੇ ਲੰਘਾਉਣਗੇ ਜੀ। ਅਗਲੀ ਗੱਲ ਉਹਨਾਂ ਨੇ ਕਿਹਾ ਵੀ 12 ਤੱਕ ਦਿੱਲੀ ਜੈਪੁਰ ਹਾਈਵੇ, ਦਿੱਲੀ ਆਗਰਾ ਹਾਈਵੇ ਜਿਹੜਾ ਕਿ ਇਸ ਵੇਲੇ ਹਜੇ ਤੱਕ ਖੁੱਲ੍ਹਾ ਸੀਗਾ, ਐਕਸਪ੍ਰੈਸ ਵੇ ਵੀ ਹੈਗਾ, ਉਹ ਇਹਨਾਂ ਨੇ ਜਾਮ ਕਰ ਦੇਣਾ ਜੀ। ਦਿੱਲੀ ਦੇ ਵਾਲੇ ਹੋਰ ਜਿਹੜਾ ਘੇਰਾ ਘੱਤਣ ਦੀ ਤਿਆਰੀ ਕਰ ਲਈ ਆ। ਫੇਰ ਨਾਲ ਜਿਹੜਾ ਇਹਨਾਂ ਨੇ ਇੱਕ ਹੋਰ ਗੱਲ ਕਹੀ ਆ, ਕਾਰਪੋਰੇਟ ਘਰਾਣਿਆਂ ਦੇ ਵਿੱਚ ਨਾਂ ਲੈ ਕੇ ਉਹਨਾਂ ਨੇ ਗੱਲ ਕਹੀ ਅੰਬਾਨੀ ਤੇ ਅਡਾਨੀ ਜੀ। ਉਹਨਾਂ ਦੇ ਜਿਹੜੇ ਜੀਓ ਦੇ ਪਲੇਟਫਾਰਮ ਆ, ਮਾਲ ਆ, ਹੋਰ ਸ਼ਾਪਿੰਗ ਕੰਪਲੈਕਸ ਆ, ਇਹਨਾਂ ਸਾਰਿਆਂ ਦਾ ਵੱਡੀ ਪੱਧਰ ਤੇ ਦੇਸ਼ ਪੱਧਰ ਤੇ ਬਾਈਕਾਟ ਹੋਵੇਗਾ ਜੀ। ਇਹ ਇੱਕ ਕਿਸਮ ਨਾਲ ਸਰਕਾਰ ਤੇ ਦਬਾਅ ਪਾਉਣ ਦੀ ਗੱਲ ਵੀ ਆ, ਨਾਲ ਇਹ ਵੀ ਇੱਕ ਸੰਦੇਸ਼ ਦੇਣ ਦੀ ਗੱਲ ਹੈ ਵੀ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਲੈ ਕੇ ਸਾਡੀ ਜਿਹੜੀ ਸੰਘੀ ਘੁੱਟਣ ਨੂੰ ਫਿਰਦੇ ਆ, ਅਸੀਂ ਜਦੋਂ ਉਹਨਾਂ ਦਾ ਨੁਕਸਾਨ ਕਰਾਂਗੇ ਤਾਂ ਫਿਰ ਦੇਖਿਓ ਉਹਨਾਂ ਦੀ ਸੰਘੀ ਕਿਵੇਂ ਘੁੱਟੀ ਜਾਂਦੀ ਹੈ ਜੀ। ਅਗਲੀ ਗੱਲ ਉਹਨਾਂ ਨੇ ਇਹ ਕਹੀ ਵੀ ਭਾਜਪਾ ਆਗੂਆਂ ਦਾ ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਵਿਰੋਧ ਹੋ ਹੀ ਰਿਹਾ ਹੈ ਜੀ। ਹੁਣ ਉਹ ਚੱਲ ਗਿਆ ਦੇਸ਼ ਪੱਧਰ ਤੇ, ਹੁਣ ਦਿੱਲੀੋਂ ਪਾਰ ਦੀਆਂ ਗੱਲਾਂ ਹੋਣਗੀਆਂ ਜੀ। ਦਿੱਲੀੋਂ ਉਰੇ ਵਾਲੀਆਂ ਗੱਲਾਂ ਤਾਂ ਕਾਫੀ ਚਿਰ ਦੀ ਚੱਲਣ ਡੀਆਂ, ਹੁਣ ਗੱਲ ਚੱਲਣੀ ਦਿੱਲੀੋਂ ਪਾਰ ਦੀ ਜੀ। ਜਿੰਨੇ ਸਟੇਟ ਆ ਉਹਨਾਂ ਸਾਰਿਆਂ ਦੇ ਵਿੱਚ, ਚਾਹੇ ਭਾਜਪਾ ਦਾ ਕੋਈ MP ਆ, ਚਾਹੇ MLA ਆ, ਚਾਹੇ ਕੋਈ ਜ਼ਿਲ੍ਹਾ ਪ੍ਰਧਾਨ ਆ, ਕੋਈ ਹੋਵੇ, ਉਹਨਾਂ ਸਾਰਿਆਂ ਦਾ ਘਿਰਾਓ ਕਰਾਂਗੇ, ਉਹਨਾਂ ਨੂੰ ਘਰੋਂ ਨਿਕਲ ਨਹੀਂ ਦੇਣਾ, ਉਹਨਾਂ ਦਾ ਵਿਰੋਧ ਹੋਊਗਾ ਜੀ। ਫੇਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ 14 ਤਰੀਕ ਦਾ ਦਿਨ ਜਿਹੜਾ ਬੜਾ ਅਹਿਮ ਹੋਊਗਾ। ਉਸ ਦਿਨ ਸਾਰੇ ਦੇਸ਼ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਪ੍ਰਦਰਸ਼ਨ ਦੇ ਕੇ ਆਪਣਾ ਜਿਹੜਾ ਉਹ ਤਾਕਤ ਦਾ ਮੁਜ਼ਾਹਰਾ ਜੋ ਭਾਰਤ ਬੰਦ ਵਾਲੇ ਦਿਨ ਦਿਸਿਆ ਸੀ ਸਰਕਾਰ ਨੂੰ, ਜਿਹਦੇ ਕਰਕੇ ਅਚਾਨਕ ਮੀਟਿੰਗ ਰੱਖ ਲਈ ਸੀ ਕਹਿ ਲਓ, ਉਹ ਹੋਰ ਪ੍ਰਚੰਡ ਕਰਨ ਦੀ ਤਿਆਰੀ ਦੇ ਵਿੱਚ ਕਿਸਾਨਾਂ ਨੇ ਜੁਟ ਗਏ ਆ, ਜਿਹਦੇ ਲਈ ਰਣਨੀਤੀ ਉਹ ਰੋਜ਼ਾਨਾ ਤਿਆਰ ਕਰ ਰਹੇ ਆ। ਔਰ ਉਹਨਾਂ ਦੇ ਵਿੱਚ ਮੈਂ ਇੱਕ ਗੱਲ ਨਵੀਂ ਦੇਖੀ ਆ, ਜਿਸ ਤਰੀਕੇ ਨਾਲ ਸਰਕਾਰ ਦਾ ਜਿਹੜਾ IT ਸੈੱਲ ਆ ਨਾ ਜੀ, ਬੜਾ ਮਜ਼ਬੂਤ ਆ ਬਿਲਕੁਲ। ਕਿਉਂਕਿ ਹੁਣ ਤੱਕ ਸਰਕਾਰ ਜਿਹੜੀ ਜੇ ਕਾਮਯਾਬ ਰਹੀ ਆ ਤਾਂ ਉਹ ਆਪਣੇ IT ਸੈੱਲ ਦੇ ਬਲਬੂਤੇ ਤੇ ਹੀ ਰਹੀ ਆ ਜੀ। ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਆ, ਸਰਕਾਰ ਦੀ ਜਿਹੜੀ ਹਰ ਚੀਜ਼ ਛੋਟੀ ਤੋਂ ਛੋਟੀ ਜਿਹੜੀ ਚੀਜ਼ ਆ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਕਿੱਦਾਂ ਪਹੁੰਚਾਉਣੀ ਆ ਜੀ, ਉਹ IT ਜਿਹੜੇ ਪ੍ਰੋਫੈਸ਼ਨਲ ਉਹਨਾਂ ਤੇ ਡਿਪੈਂਡ ਆ ਜੀ। ਤੇ ਕਿਸਾਨ ਵੀ ਸਾਡੇ ਹਾਈਟੈਕ ਹੋ ਗਏ ਆ ਬਿਲਕੁਲ ਜੀ। ਇਹਨਾਂ ਨੇ ਵੀ ਇੱਕ ਪ੍ਰੋਫੈਸ਼ਨਲ ਟੀਮ ਬਣਾ ਲਈ ਆ, ਜਿਹਦੇ ਵਿੱਚ ਇੰਜੀਨੀਅਰ ਵੀ ਆ, ਡਾਕਟਰ ਵੀ ਆ, PhD ਵਾਲੇ ਕੀਤੇ ਵੀ ਹੈਗੇ ਆ, ਬਹੁਤ ਪੜ੍ਹੇ ਲਿਖੇ ਮੁੰਡੇ ਨੌਜਵਾਨ ਤਿਆਰ ਕੀਤੇ ਆ, ਜਿਹੜੀ ਹਰ ਕਿਸਾਨਾਂ ਦੀ ਸਰਗਰਮੀ, ਚਾਹੇ ਉਹ ਪੰਜਾਬ ਦੇ ਧਰਨਿਆਂ ਦੀ ਆ, ਚਾਹੇ ਉਹ ਸਿੰਘੂ ਬਾਰਡਰ ਦੀ ਆ, ਚਾਹੇ ਟਿਕਰੀ ਬਾਰਡਰ ਦੀ ਆ, ਗਾਜੀਪੁਰ ਦੀ ਆ, ਮੀਟਿੰਗਾਂ ਦੀ ਆ, ਰਣਨੀਤੀ ਦੀ ਆ, ਕੀ ਉੱਥੇ ਬਣ ਰਿਹਾ, ਕੀ ਹੋ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਉਹ ਸਾਰੀ ਜਿਹੜੀ ਹੈ ਨਾ ਕੱਲੀ ਕੱਲੀ ਗੱਲ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਪੰਜਾਬੀਆਂ ਤੱਕ ਮਿੰਟਾਂ ਸਕਿੰਟਾਂ 'ਚ ਪਹੁੰਚਾ ਰਹੇ ਆ ਜੀ। ਔਰ ਉਹਨਾਂ ਦਾ ਰਿਸਪੌਂਸ ਵੀ ਆ ਰਿਹਾ। ਉੱਥੋਂ ਉਹਨਾਂ ਨੇ ਉੱਥੇ ਕੋਈ ਕਵਿਤਾ ਭੇਜ ਰਿਹਾ ਜੀ, ਕੋਈ ਪੇਂਟਿੰਗਾਂ ਬਣਾ ਕੇ ਭੇਜ ਰਿਹਾ, ਕੋਈ ਕਾਰਟੂਨ ਬਣਾ ਕੇ ਭੇਜ ਰਿਹਾ। ਸੋ ਇਹਨਾਂ ਨੇ ਜਿਹੜਾ IT ਸੈੱਲ ਕਿਸਾਨਾਂ ਨੇ ਇੰਨਾ ਮਜ਼ਬੂਤ ਕਰ ਲਿਆ ਵੀ ਉਹ ਸਰਕਾਰ ਨੂੰ
ਟੱਕਰ ਦੇਣ ਦੇ ਬਰਾਬਰ ਕਰ ਲਿਆ ਇਹਨਾਂ ਨੇ। ਅਸੀਂ ਕਦੇ ਰਾਹੇ ਬਗਾਹੇ ਚਲਾ ਲੈਂਦੇ ਸੀ ਟਵਿੱਟਰ, ਪਰ ਹੁਣ ਤਾਂ ਦੇਖਿਆ ਕਿ ਟਰੈਕਟਰ ਤੋਂ ਟਵਿੱਟਰ ਤੇ ਕਿਸਾਨ ਆ ਗਿਆ ਤੇ ਹਜ਼ਾਰਾਂ ਦੀ ਗਿਣਤੀ, ਸ਼ਾਇਦ 25-30 ਹਜ਼ਾਰ ਨਵਾਂ ਅਕਾਊਂਟ ਟਵਿੱਟਰ ਤੇ ਕ੍ਰੀਏਟ ਕੀਤਾ ਤੇ ਉਹਨੂੰ ਕਹਿੰਦੇ ਆ ਕਿ ਟਵਿੱਟਰ ਤੇ ਟ੍ਰੈਂਡਿੰਗ ਜਿਹੜਾ ਆ ਉਹ ਬਹੁਤ ਦਿਨਾਂ ਤੋਂ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਚੱਲ ਰਿਹਾ। ਬਿਲਕੁਲ ਜੀ, ਇਹ ਇਕੱਲਾ ਨੌਜਵਾਨਾਂ ਨੇ ਨਹੀਂ ਜੀ, ਜਦੋਂ ਕੋ ਕੰਗਣਾ ਦਾ ਰੌਲਾ ਪਿਆ ਸੀ ਟਵਿੱਟਰ ਤੇ ਜੀ ਮੈਂ ਦੇਖਿਆ ਵੀ ਟਿੱਕਰੀ ਬਾਰਡਰ ਦੇ ਉੱਤੇ ਜੀ ਜਿੰਨੀਆਂ ਬੀਬੀਆਂ ਸੀਗੀਆਂ ਸਾਰਿਆਂ ਦੇ ਹੱਥਾਂ 'ਚ ਮੋਬਾਈਲ ਸੀਗਾ ਜੀ, ਚਾਹੇ ਕਿਸੇ ਨੂੰ ਚਲਾਉਣਾ ਆਉਂਦਾ ਸੀ ਚਾਹੇ ਨਹੀਂ ਆਉਂਦਾ ਸੀ। ਉਹਨੂੰ ਇੱਕ ਰਿਪੋਰਟਰ ਪੁੱਛ ਰਿਹਾ ਵੀ ਬੀਬੀ ਜੀ ਤੁਸੀਂ ਇਹ ਮੋਬਾਈਲ ਪਹਿਲਾਂ ਵੀ ਫੜਿਆ ਸੀ ਕਿ ਹੁਣ? ਜੀ ਉਹ ਆ ਜਿਹੜੀ ਕੰਗਣਾ ਜਿਹੜੀ ਆਈ ਨਾ ਇਹਨੇ ਸਾਨੂੰ ਮੋਬਾਈਲ ਫੜਾਤਾ। ਇਹਨੇ ਫੜਾਇਆ। ਕਹਿੰਦੇ ਕੀ ਕਰਨ ਲਈ? ਕਹਿੰਦੇ ਜਦ ਉਹ ਜੰਗ ਟਵਿੱਟਰ ਤੇ ਲੜਦੀ ਆ ਤਾਂ ਆਪਾਂ ਵੀ ਟਵਿੱਟਰ ਤੇ ਆ ਗਏ ਆ। ਜੀ, ਮਤਲਬ ਕਹਿਣ ਦਾ, ਜੇ ਕੋਈ ਵਿਚਾਰੀਆਂ ਬੀਬੀਆਂ ਜਿਨ੍ਹਾਂ ਨੂੰ ਕਦੇ ਮੋਬਾਈਲ ਵੀ ਨਹੀਂ ਸੀ ਦੇਖਿਆ ਉਹ ਇਸ ਵੇਲੇ ਟਵਿੱਟਰ ਤੇ ਸਰਗਰਮ ਹੋ ਗਈਆਂ ਵੀ ਜੋ ਜਵਾਬ ਜਾਂ ਕੋਈ ਸਵਾਲ ਪੁੱਛਦਾ ਨਾ ਜੀ, ਉਹਨੂੰ ਉਸੇ ਲਹਿਜੇ ਜੋ ਉੱਥੇ ਪਲੇਟਫਾਰਮ ਤੇ ਦੇਣਾ ਜਵਾਬ ਆਪਾਂ, ਜੀ, ਵੀ ਬਾਹਰ ਨਹੀਂ ਦੇਣਾ। ਜੀ। ਸੋ ਇਸ ਕਦਰ ਇਹ ਕ੍ਰਾਂਤੀ ਇੰਨੀ ਵੱਡੀ ਪੱਧਰ ਤੇ ਲੈ ਆਂਦੀ ਆ, ਚਾਹੇ ਆਈਟੀ ਤੇ ਲੈ ਲਈਏ ਚਾਹੇ ਅੰਦੋਲਨ ਦੀ ਲੈ ਲਈਏ। ਹੁਣ ਪੂਰਾ ਜਿਹੜਾ ਦੇਸ਼ ਜਾਗਰੂਕ ਹੋ ਚੁੱਕਾ ਆ, ਸਾਰੇ ਦੇਸ਼ ਦੇ ਵਿੱਚ ਜਿਹੜਾ ਇਹਨਾਂ ਨੇ ਫੈਲ ਗਿਆ ਆ, ਆਲਮੀ ਬਣ ਗਿਆ, ਦੇਸ਼ ਕੀ ਵਿਦੇਸ਼ ਕੀ ਸਾਰੇ ਪਾਸੇ ਇਹਦੇ ਚਰਚੇ ਆ ਜੀ। ਜੀ ਸ਼ੇਰਗਿੱਲ ਸਾਹਿਬ, ਗੱਲ ਆਪਾਂ ਫਿਰ ਕਰੀਏ ਕਿ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ ਵਿੱਚੋਂ ਵੱਖ-ਵੱਖ ਪ੍ਰੋਫੈਸ਼ਨਲਸ ਲੋਕਾਂ ਨੇ ਆਪਣੇ ਸਨਮਾਨ ਮਾਣ ਅਵਾਰਡ ਜਿਹੜੇ ਆ ਵਾਪਸ ਕੀਤੇ ਆ। ਜੀ। ਉਹਦੇ ਵਿੱਚ ਕੁਝ ਹੋਰ ਨਾਮ ਵੀ ਜੁੜੇ ਨੇ, ਉਹਦੇ ਬਾਰੇ ਵੀ ਦੱਸੋ। ਬਿਲਕੁਲ ਜੀ, ਇਹ ਪਿਛਲੇ ਕੁਝ ਦਿਨਾਂ ਤੋਂ ਦੇਖੀਏ ਤੇ ਖਿਡਾਰੀ ਜਿਹੜੇ ਆ ਬੜਾ ਇਤਿਹਾਸ ਸਿਰਜਿਆ ਉਹਨਾਂ ਨੇ। ਜੀ। ਪਹਿਲੀ ਵਾਰੀ ਆ ਜਿਹੜਾ ਉਹਨਾਂ ਨੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਵਾਪਸ ਕਰਨ ਤੱਕ ਦਾ ਬਾਕਸਰ ਵਿਜੇਂਦਰ ਨੇ ਐਲਾਨ ਕਰਤਾ। ਜੀ। ਉਹਨਾਂ ਵਿੱਚ ਆਪਣੇ ਪੰਜਾਬ ਦੇ ਖਿਡਾਰੀ ਆ, ਹਾਕੀ ਦੇ ਹੋਏ, ਭਲਵਾਨ ਹੋਏ, ਜਿੰਨੇ ਵੀ ਸਾਹਿਤਕਾਰ ਆ, ਹੋਰ ਸਾਰਿਆਂ ਦਾ ਤਕਰੀਬਨ ਇਸ ਰੋਸ ਵਜੋਂ ਜੀ ਅਵਾਰਡ ਵਾਪਸੀ ਦਾ, ਪੁਰਸਕਾਰ ਵਾਪਸੀ ਦਾ ਇਹ ਐਲਾਨ ਕੀਤਾ ਹੋਇਆ। ਕਈ ਤੇ ਜਾ ਕੇ ਦੇ ਕੇ ਵੀ ਆਏ ਆ, ਰਾਸ਼ਟਰਪਤੀ ਕੋਲ ਵੀ ਪਹੁੰਚੇ ਸੀ, ਸਮਾਂ ਨਹੀਂ ਮਿਲਿਆ, ਰੋਕਤਾ ਗਿਆ। ਇਹ ਅਵਾਰਡ ਵਾਪਸੀ ਦਾ ਜਿਹੜੀ ਇਹ ਚੱਲਣ ਆ ਇਹ ਬਹੁਤ ਹੀ ਸਰਕਾਰ ਲਈ ਨਿਰਾਸ਼ਾਜਨਕ ਆ ਜੀ, ਕਿਉਂਕਿ ਇੱਕ ਸ਼ੁਰੂਆਤ ਕੀਤੀ ਸੀ ਵਿਭੂਸ਼ਣ ਬਾਦਲ ਸਾਹਿਬ ਨੇ ਵੀ ਮੋੜਿਆ ਸੀਗਾ, ਜੀ। ਚਿੱਠੀ ਵੀ ਲਿਖੀ ਉਹਨਾਂ ਨੇ, ਉਹਦਾ ਜਵਾਬ ਉਹਨਾਂ ਨੇ ਜਨਮ ਦਿਨ ਤੇ ਵਧਾਈ ਦੇ ਕੇ ਵੀ ਕਰਤਾ ਪ੍ਰਧਾਨ ਮੰਤਰੀ ਸਾਹਿਬ ਨੇ। ਖੈਰ ਚਲੋ ਚਿੱਠੀ ਦਾ ਜਵਾਬ ਨਹੀਂ ਆਪਾਂ ਕਹਿ ਸਕਦੇ, ਜਨਮ ਦਿਨ ਤੇ ਉਹ ਪੁਰਾਣੇ ਮਿੱਤਰ ਆ ਉਹਨਾਂ ਦੇ ਤੇ ਉਹ ਸਰਪ੍ਰਸਤ ਰਹੇ ਆ ਤੇ ਉਹਦੇ ਕਰਕੇ ਉਹਨਾਂ ਨੇ ਇੱਕ ਵੈਲ ਗੁੱਡ ਜੈਸਚਰ ਪੇਸ਼ ਕੀਤਾ। ਜੀ। ਹੁਣ ਜਿਹੜੀ ਨਵੀਂ ਗੱਲ ਇੱਕ ਆਈ ਆ ਉਹ ਸਾਡੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿਗਿਆਨੀ ਆ ਵਰਿੰਦਰਪਾਲ ਸਿੰਘ ਨੇ। ਜੀ। ਉਹਨਾਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਆ। ਜੀ ਦਿੱਲੀ ਰੱਖਿਆ ਸੀ ਅਵਾਰਡ ਸਮਾਗਮ, ਉਹਨਾਂ ਨੂੰ ਭੂਮੀ ਵਿਗਿਆਨੀ ਕਰਕੇ ਇੱਕ ਪੁਰਸਕ੍ਰਿਤ ਕਰਨਾ ਸੀ, 1 ਲੱਖ ਰੁਪਏ ਦਾ ਇਨਾਮ ਸੀਗਾ, ਜੀ। ਸੋਨੇ ਦਾ ਮੈਡਲ ਸੀ। ਜੀ ਉਹ ਲੈਣ ਗਏ ਆ, ਉੱਥੇ ਪਹੁੰਚ ਗਏ, ਇਹ ਨਹੀਂ ਵੀ ਪਹਿਲੇ ਨਾ ਕੀਤੀ, ਜੀ। ਪਰ ਸਟੇਜ ਤੋਂ ਜਾ ਕੇ ਉਹਨਾਂ ਨੇ ਨਾ ਕਰ ਦਿੱਤੀ। ਜੀ ਇਹ ਇੱਕ ਵੱਖਰੀ ਮਿਸਾਲ ਆ। ਕੈਬਨਿਟ ਮੰਤਰੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਜੀ। ਤੇ ਉਹਨਾਂ ਨੂੰ ਫਿਰ ਰਿਕੁਐਸਟ ਕੀਤੀ ਸੀ ਕਿ ਲੈ ਲਓ, ਪਰ ਉਹ ਕਿਹਾ ਕਿ ਮੇਰੀ ਜਿਹੜੀ ਜ਼ਮੀਰ ਆ ਉਹ ਇਸ ਚੀਜ਼ ਨੂੰ ਅਲਾਓ ਨਹੀਂ ਕਰਦੀ। ਬਹੁਤ ਵੱਡੀ ਗੱਲ ਹੈ ਤੇ ਸਾਡੇ ਲਈ ਬੜਾ ਮਾਣ ਆ, ਸਾਡੇ ਮਨ ਦੇ ਵਿੱਚ ਉਹਨਾਂ ਪੰਜਾਬੀਆਂ ਲਈ ਜਿਹੜੇ ਪੰਜਾਬ ਲਈ ਖੜੇ ਆ ਕਿਸੇ ਵੀ ਇਨਾਮ ਤੋਂ ਬਿਨਾਂ। ਲੈਨੇ ਆ ਜੀ ਇੱਕ ਬ੍ਰੇਕ, ਇਸੇ ਪ੍ਰੋਗਰਾਮ ਵਿੱਚ ਚਰਚਾ ਜਿਹੜੀ ਹੈ ਜਾਰੀ ਰਹੇਗੀ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਅਸੀਂ ਆਖਰੀ ਹਿੱਸੇ 'ਚ ਪਹੁੰਚ ਗਏ ਹਾਂ। ਸ਼ੇਰਗਿੱਲ ਸਾਹਿਬ, ਜਿੰਨੀ ਮਰਜ਼ੀ ਵਿਚਾਰ ਕਰੀ ਜਾਈਏ ਪਰ ਜਿਹੜੀ ਕਰਨ ਦੀ ਗੱਲ ਆ ਉਹ ਸਰਕਾਰ ਦੇ ਜ਼ਿੰਮੇ ਆ। ਜੀ ਬਿਲਕੁਲ। ਤੇ ਅਸੀਂ ਗੱਲ ਕਰਦੇ ਸੀ ਆਪਣੇ ਮਹਾਨ ਵਿਗਿਆਨੀ ਡਾਕਟਰ ਵਰਿੰਦਰਪਾਲ ਸਿੰਘ ਜੀ ਦੀ। ਜੀ। ਉਹਨਾਂ ਨੇ ਕੀ ਕਿਹਾ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਇੱਕ ਵਾਰ ਸਾਨੂੰ ਫਿਰ, ਤੇ ਫਿਰ ਆਪਾਂ ਅਗਲੀ ਗੱਲ ਤੇ ਜਾਂਦੇ। ਜੀ ਦੇਖੋ ਜੀ, ਇਹ ਇੱਕ ਵੱਡੀ ਮਿਸਾਲ ਔਰ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਉਹਨਾਂ ਨੇ ਕਿ ਜਿਹੜਾ ਸਟੇਜ ਤੇ ਜਾ ਕੇ ਕਹਿਤਾ ਵੀ ਮੈਂ ਇਹ ਅਵਾਰਡ ਲੈਣਾ ਨਹੀਂ ਚਾਹੁੰਦਾ। ਜੀ। ਕਾਰਨ ਪੁੱਛਿਆ ਗਿਆ, ਉਹ ਕਹਿੰਦੇ ਜੀ ਮੇਰਾ ਜਿਹੜਾ ਅੰਨਦਾਤਾ, ਮੇਰਾ ਜਿਹੜਾ ਕਿਸਾਨ ਆ ਜੀ। ਉਹ ਇਸ ਵੇਲੇ ਸੜਕਾਂ ਤੇ ਠੰਡੀਆਂ ਰਾਤਾਂ ਦੇ ਵਿੱਚ ਰੁਲ ਰਿਹਾ, ਕੋਈ ਉੱਪਰ ਖੁੱਲੀਆਂ ਅਸਮਾਨਾਂ ਦੇ ਵਿੱਚ ਥੱਲੇ ਭੁੰਜੇ ਪਿਆ ਹੋਇਆ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। 3 ਮਹੀਨੇ ਹੋ ਗਏ ਰੌਲਾ ਪੈਂਦਿਆਂ ਨੂੰ, ਉਹ ਸਰਕਾਰ ਮੈਨੂੰ ਅਵਾਰਡ ਦੇ ਰਹੀ ਤਾਂ ਮੈਂ ਉਸ ਅਵਾਰਡ ਨੂੰ ਕੀ ਕਰਨਾ। ਜੀ। ਕੋਈ ਇੱਕ ਜਿਹੜਾ ਆਪ ਮੁਹਾਰਾ ਰੋਸ ਹੁੰਦਾ, ਆਪ ਮੁਹਾਰਾ ਗੁੱਸਾ ਹੁੰਦਾ। ਇਹਨੂੰ ਇਸ ਤਰੀਕੇ ਨਾਲ ਵੀ ਆਪਾਂ ਲੈ ਸਕਦੇ ਹਾਂ ਕਿ ਜਿਹਦਾ ਜਿਸ ਤਰੀਕੇ ਨਾਲ ਯੋਗਦਾਨ ਬਣਦਾ ਨਾ, ਜੀ, ਉਹ ਇਸ ਕਿਸਾਨ ਅੰਦੋਲਨ ਵਿੱਚ ਪਾ ਰਿਹਾ। ਦੂਜੀ ਗੱਲ ਇਹ ਵੀ ਆ ਕਿ ਉਹ ਆਪ ਭੂ ਵਿਗਿਆਨੀ ਆ ਤੇ ਉਹਨਾਂ ਦਾ ਸਿੱਧਾ ਜਿਹੜਾ ਜੁੜਾਵ ਆ ਉਹ ਧਰਤੀ ਨਾਲ, ਕਿਸਾਨਾਂ ਦੇ ਨਾਲ ਤੇ ਖੇਤੀ ਨਾਲ, ਉਹ ਕਿਸਾਨਾਂ ਦੇ ਨਾਲ ਹੀ ਜੁੜੇ ਹੋ ਆ ਔਰ ਉਹਨਾਂ ਦਾ ਪਿਛੋਕੜ ਵੀ ਕਿਸਾਨਾਂ ਨਾਲ ਆ। ਜਿਹੜੀ ਭੂਮੀ ਵਿਗਿਆਨੀ ਦਾ ਕੰਮ ਆ ਉਹ ਵੀ ਧਰਤੀ ਜ਼ਮੀਨ ਦੇ ਨਾਲ ਹੀ ਆ, ਜਿਹੜੀ ਜ਼ਮੀਨ ਸਰਕਾਰ ਕਾਰਪੋਰੇਟਾਂ ਰਾਹੀਂ ਖੋਹਣ ਦੀ ਕੋਸ਼ਿਸ਼ ਕਰ ਰਹੀ ਆ ਇਹਨਾਂ ਕਾਨੂੰਨਾਂ ਰਾਹੀਂ। ਸੋ ਮੈਂ ਕਹਿ ਰਿਹਾ ਸੀ ਕਿ ਹਰੇਕ ਬੰਦਾ, ਚਾਹੇ ਕੋਈ ਅਵਾਰਡ ਵਾਪਸੀ ਕਰਕੇ ਆਪਣਾ ਯੋਗਦਾਨ ਪਾ ਰਿਹਾ, ਚਾਹੇ ਕੋਈ ਅਵਾਰਡ ਨਾ ਲੈ ਕੇ ਪਾ ਰਿਹਾ, ਇਹ ਇੱਕ ਐਸੀ ਪਿਰਤ ਪੈ ਗਈ ਆ ਜੀ ਵੀ ਹਰੇਕ ਬੰਦਾ ਚਾਹੁੰਦਾ ਵੀ ਮੇਰਾ ਕਿਸੇ ਤਰੀਕੇ ਨਾਲ, ਚਾਹੇ ਮਾਇਆ ਦੇ ਤੌਰ ਤੇ ਹੋਵੇ, ਮੈਂ ਉੱਥੇ ਯੋਗਦਾਨ ਜ਼ਰੂਰ ਪਾਵਾਂ। ਹੁਣ ਇੱਕ ਗੱਲ ਮੈਂ ਨੋਟ ਕੀਤੀ ਆ ਵੀ ਮਲੋਟ ਇਲਾਕੇ ਦੇ ਵਿੱਚ ਇੱਕ ਵਿਆਹ ਸੀ ਪਿਛਲੇ ਦਿਨੀ, ਜੀ, ਕਾਂਗਰਸੀ ਆਗੂ ਦਾ, ਉਹਦੇ ਭਤੀਜੇ ਦਾ। ਉਹਨਾਂ ਬੰਦਿਆਂ ਨੇ ਕੀ ਕੀਤਾ, ਸਟੇਜ ਤੋਂ ਐਲਾਨ ਕਰ ਦਿੱਤਾ ਬਈ ਜਿੰਨਾ ਸ਼ਗਨ ਤੁਸੀਂ ਕੁੜੀ ਮੁੰਡੇ ਨੂੰ ਦੇਣਾ ਆ, ਨਵੇਂ ਵਿਆਹੀ ਜੋੜੀ ਨੂੰ, ਉਹ ਡੱਬਾ ਰੱਖਿਆ ਹੋਇਆ, ਉਹਦੇ ਵਿੱਚ ਪਾ ਦਿਓ।
ਇਹ ਸਾਰਾ ਜਿਹੜਾ ਸ਼ਗਨ ਆ ਇਹ ਜਿੰਨੇ ਵੀ ਇਕੱਠੇ ਹੋਊਗੇ ਦਿੱਲੀ ਬੈਠੇ ਜਾਂ ਟਿਕਰੀ ਬਾਰਡਰ ਤੇ ਬੈਠ ਕੇ ਕਿਸਾਨਾਂ ਨੂੰ ਜਾਣਾ ਆ ਜੀ, ਵੱਡੀ ਗੱਲ ਆ ਇਹ। ਬਿਲਕੁਲ ਆਮ ਕਰਕੇ ਇਦਾਂ ਹੁੰਦੀ ਨਹੀਂ ਕਦੇ, ਬਿਲਕੁਲ ਨਹੀਂ ਤਾਂ ਕਿਹੜਾ ਕੋਲੋਂ ਤਾਂ ਜਿਹੜਾ ਦਿੰਦਾ ਜਿਹਨੂੰ ਕੋਲ ਆਇਓ ਪੈਸੇ ਕੌਣ ਮੋੜਦਾ ਜੀ। ਪਰ ਇਹ ਜਿਹੜੀ ਇੱਕ ਜਜ਼ਬਾ ਜਿਹੜਾ ਪੈਦਾ ਹੋਇਆ ਨਾ ਬੰਦੇ ਦੇ ਵਿੱਚ, ਹਰੇਕ ਬੰਦੇ ਦੇ ਵਿੱਚ, ਇਹ ਆਪਣੇ ਆਪ 'ਚ ਇੱਕ ਮਿਸਾਲ ਆ। ਫਿਰ ਇੱਕ ਹੋਰ ਆ, ਕਿਸੇ ਬੰਦੇ ਨੇ ਪੈਟਰੋਲ ਪੰਪ ਹੀ ਖੁੱਲਾ ਕਰ ਦਿੱਤਾ ਜੀ, ਵੀ ਜਿਹੜੀਆਂ ਕਿਸਾਨ ਅੰਦੋਲਨ 'ਚ ਗੱਡੀਆਂ ਜਾਂਦੀਆਂ ਇਥੋਂ ਤੇਲ ਫ੍ਰੀ ਪਾ ਕੇ ਲੈ ਜਾਣਗੀਆਂ। ਇਹ ਅਸਲ 'ਚ ਉਹਨਾਂ ਲੋਕਾਂ ਨੂੰ ਵੀ ਜਵਾਬ ਹੈ ਜਿਹੜੇ ਕਿਸਾਨ ਅੰਦੋਲਨ ਦੀ ਫੰਡਿੰਗ ਨੂੰ ਤਰਾਸ਼ਦੇ ਸੀ। ਉਹਨਾਂ ਨੂੰ ਪੰਜਾਬੀਅਤ ਨੂੰ ਸਮਝਣ ਲਈ ਇੱਕ ਵਾਰ ਪੰਜਾਬ ਆਉਣਾ ਪਊਗਾ, ਫਿਰ ਹੀ ਉਹ ਦੱਸ ਸਕਦੇ ਨੇ। ਇਹ ਮੈਂ ਉਹੀ ਕਹਿਣ ਲੱਗਾ ਸੀਗਾ ਵੀ ਇਹਦੇ ਬਾਰੇ ਸਵਾਲ ਮੰਤਰੀ ਤਾਂ ਮੂੰਹ ਖੋਲ ਕੇ ਬੋਲ ਦਿੰਦੇ ਆ। ਹੁਣ ਮੈਂ ਹਰਿਆਣੇ ਦੇ ਮੰਤਰੀ ਦੀ ਇੱਕ ਗੱਲ ਸੁਣ ਰਿਹਾ ਸੀਗਾ ਜੀ, ਉਹ ਕਹਿ ਰਿਹਾ ਸੀਗਾ ਵੀ ਹਮ ਐ ਕਰ ਦੇंगे, हम ਔ ਕਰ देंगे, रास्ते बंद कर देंगे, जाम कर देंगे, ऐसे कैसे होगा। ਇਹ ਫੇਰ ਕਹੀ ਜਾਂਦੇ ਜੀ, ਇਹ ਕੋਈ ਲਾਹੌਰ ਕਰਾਚੀ ਹੈ? ਇਹ ਫਿਰ ਇਦਾਂ ਕਿਹਾ ਹੋਣਾ ਹਰਿਆਣੇ ਦਾ ਮੰਤਰੀ ਨੇ। ਨਹੀਂ, ਉਹ ਪਹਿਲਾਂ ਸੁੱਤੇ ਸੀ ਜਦੋਂ ਰਸਤੇ ਬੰਦ ਕੀਤੇ ਸੀ ਇਹਨਾਂ ਨੇ। ਉਹ ਆਪਦੇ ਰਸਤੇ ਨਹੀਂ ਦੇਖ ਰਹੇ, ਉਹ ਕਿਸਾਨਾਂ ਦੇ ਹਜੇ ਰਸਤੇ ਬੰਦ ਕੀਤੇ ਨਹੀਂ, ਐਲਾਨ ਨੂੰ ਹੀ ਘੁਮਾ ਰਹੇ ਆ। ਤੇ ਇਦਾਂ ਕਹਿ ਰਹੇ ਕਿਸਾਨ ਇਦਾਂ ਕਿੱਦਾਂ ਹੋ ਜਾਊ, ਇੱਕ ਲਾਹੌਰ ਜਾਂ ਕਰਾਚੀ ਆ। ਜੇ ਭਲਿਆ ਮਾਨਸਾ, ਜੇ ਇਹ ਲਾਹੌਰ ਕਰਾਚੀ ਹੁਣ ਤੁਸੀਂ ਕਹਿ ਰਹੇ ਕਿਸਾਨਾਂ ਵਰੀ, ਜਦੋਂ ਉਹ ਵਿੱਚ ਦੀ ਲੰਘ ਕੇ ਤੁਹਾਡੇ ਦਿੱਲੀ ਜਾ ਰਹੇ ਸੀ ਉਹ ਲਾਹੌਰ ਦੇ ਵਿੱਚ ਹੀ ਲੰਘ ਕੇ ਜਾਣਾ ਸੀਗਾ। ਉਹ ਵਿਚਾਰਾ ਕੋਈ ਮੇਰੇ ਵਰਗਾ ਉਹ ਲੇਟ ਕਰਾਚੀ ਨਾ, ਕਰਾਚੀ ਤੋਂ ਨਹੀਂ ਰਾਹ 'ਚ ਪੈਂਦਾ ਸੀ, ਉਹ ਕੋਈ ਲੇਟ ਉੱਠਿਆ ਹੋਣਾ ਮੇਰੇ ਵਰਗਾ, ਉਹਨੂੰ ਸਮਝ ਨਹੀਂ। ਉਹੀ ਉਹਨੂੰ ਪੁੱਛਣਾ ਬਣਦਾ ਵੀ ਜਦੋਂ ਤੁਹਾਡੇ ਸਟੇਟ ਦੇ ਵਿੱਚੋਂ ਲੰਘ ਕੇ ਦਿੱਲੀ ਜਾ ਰਹੇ ਸੀਗੇ ਤੇ ਕੀ ਉਹ ਲਾਹੌਰ ਕ੍ਰਾਸ ਕਰਕੇ ਜਾਣਾ ਸੀ, ਜੀ, ਕਰਾਚੀ ਕ੍ਰਾਸ ਕਰਕੇ ਜਾਣਾ ਸੀ? ਦੇਸ਼ ਦੇ ਨਾਗਰਿਕ ਸੀਗੇ, ਤੁਹਾਡੇ ਆਪਣੇ ਗੁਆਂਢੀ ਸੂਬੇ ਦੇ ਨਾਗਰਿਕ ਸੀਗੇ, ਗੁਆਂਢੀ ਸੂਬੇ ਨੇ ਰਾਜਧਾਨੀ 'ਚ ਜਾਣਾ ਸੀਗਾ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਬਣਾ ਲਿਆ ਵੀ ਪਤਾ ਨਹੀਂ ਦੁਸ਼ਮਣ ਦੇ ਬੰਦਾ ਕੋਈ ਚੜ੍ਹ ਕੇ ਆ ਰਿਹਾ, ਇਹਨੂੰ ਰੋਕੋ ਜੀ, ਸੜਕਾਂ ਪੁੱਟ ਦਿਓ, ਟਿੱਪਰ ਲਾ ਦਿਓ, ਵੱਡੇ ਵੱਡੇ ਪੱਥਰ ਲਾ ਦਿਓ ਵੀ ਲੰਘ ਨਾ ਸਕੇ ਜੀ। ਤੇ ਆਪਦੀ ਵਾਰੀ ਜਦੋਂ ਹੁਣ ਕਿਸਾਨਾਂ ਨੇ ਕਿਹਾ ਤੇ ਉਹਨੂੰ ਕਹਿੰਦਾ ਐਸੇ ਕੈਸੇ ਹੋ ਜਾਏਗਾ, ਇਹ ਕੋਈ ਲਾਹੌਰ ਹੈ, ਇਹ ਕੋਈ ਕਰਾਚੀ ਹੈ। ਭਾਈ ਜੇ ਤੈਨੂੰ ਇਦਾਂ ਦਾ ਲੱਗਦਾ ਵੀ ਲਾਹੌਰ ਕਰਾਚੀ ਚੱਲ ਜਾਵੇ ਜੀ, ਜੇ ਤੁਹਾਨੂੰ ਜ਼ਿਆਦਾ ਪਿਆਰ ਹੈ ਲਾਹੌਰ ਕਰਾਚੀ ਵਰਗਿਆਂ ਨਾਲ, ਬਾਰ-ਬਾਰ ਨਾਂ ਉਹਦਾ ਲੈਂਦੇ ਆ, ਤੇ ਉਧਰ ਹੀ ਚੱਲ ਜਾਣ। ਕਿਸਾਨ ਤਾਂ ਆਪਣੇ ਜਿਹੜੇ ਉਹ ਦੇਸ਼ ਦੇ ਵਿੱਚ ਹੀ ਆ, ਦੇਸ਼ ਦੇ ਨਾਗਰਿਕ ਆ, ਦੇਸ਼ ਲਈ ਕੁਰਬਾਨ ਹੁੰਦੇ ਆ, ਦੇਸ਼ ਨੂੰ ਹੀ ਢਿੱਡ ਭਰਦੇ ਆ ਜੀ। ਤੇ ਜੇ ਉਹ ਆਪਣੇ ਢਿੱਡ ਭਰਨ ਲਈ ਤੁਹਾਡੇ ਲਈ ਤੁਹਾਡੇ ਤੋਂ ਆਪਣੇ ਹੱਕ ਮੰਗਦੇ ਹੋਣ, ਤੁਹਾਡਾ ਹੀ ਢਿੱਡ ਭਰਨਾ ਫਿਰ ਵੀ ਉਹ। ਜੇ ਉਹ ਹੱਕ ਮੰਗੇ ਕਿ ਇਹ ਨਹੀਂ ਪਈ ਉਹਨਾਂ ਨੇ ਕਿਤੇ ਹੋਰ ਭੇਜ ਦੇਣਾ ਜਾਂ ਕਿਤੇ ਬਾਹਰ ਭੇਜ ਦੇਣੀ ਆਪਣੀ ਫਸਲ, ਢਿੱਡ ਤੁਹਾਡਾ ਹੀ ਭਰਨਾ, ਪੂਰੇ ਦੇਸ਼ ਦਾ ਹੀ ਭਰਨਾ। ਇਹ ਵੀ ਸੋਚਣੀ ਬਣਦੀ ਆ ਹਰੇਕ ਬੰਦੇ ਦੀ। ਜਿੰਨੇ ਵੀ ਸਿਆਸੀ ਆਗੂ ਆ ਉਹਨਾਂ ਸੋਚਣਾ ਚਾਹੀਦਾ ਵੀ ਜੇ ਆਰਥਿਕਤਾ ਦੀ ਕੋਈ ਬੁਨਿਆਦ ਆ ਉਹ ਜ਼ਮੀਨ ਤੋਂ ਹੀ ਤੁਰਦੀ ਆ, ਕਿਸਾਨੀ ਤੋਂ ਹੀ ਤੁਰਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਜੇ ਕੋਈ ਕਿਸਾਨ ਕਹੇ ਮੈਂ ਕਣਕ ਨਹੀਂ ਬੀਜਣੀ, ਟੋਟਲੀ ਖਤਮ ਹੀ ਕਰ ਦੇਵੇ, ਤੇ ਵੇ ਦੱਸ ਦਿਓ ਵੀ ਦੇਸ਼ ਕਿੱਥੋਂ ਰੋਟੀ ਖਾਏਗਾ ਜੀ। ਇਹਨਾਂ ਨੂੰ ਸੱਤਾ ਦੇ ਨਸ਼ੇ 'ਚ ਲੱਗਦਾ ਕਿ ਅਸੀਂ ਰੁਪਈਏ ਵੀ ਖਾ ਸਕਦੇ ਹਾਂ। ਤੇ ਗੱਲ ਆਪਾਂ ਕਰਦੇ ਸੀ ਕਿ ਕਾਂਗਰਸ ਪਾਰਟੀ ਦੀ, ਉਹਨਾਂ ਦਾ ਕੀ ਹਾਲਾਤ ਬਣਿਆ ਤੇ ਕਿੱਥੇ ਪਹੁੰਚੇ ਉਹ, ਕਿਤੇ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ ਜਾਂ ਗਵਾਚ ਜਾਣਗੇ ਕਿਤੇ? ਦੇਖੋ ਜੀ, ਇਸ ਵੇਲੇ ਤਾਂ ਮੈਂ ਇਹ ਦੇਖ ਰਿਹਾ ਵੀ ਜੰਤਰ ਮੰਤਰ ਦੇ ਉੱਤੇ ਕਾਂਗਰਸ ਦੇ ਜਿਹੜੇ ਐਮਪੀ ਆ ਨਾ, ਉਹ ਰਜਾਈਆਂ ਲੈ ਕੇ ਧਰਨੇ ਤੇ 3-4 ਦਿਨ ਤੇ ਬੈਠੇ ਆ ਜੀ। ਅੱਛਾ ਜੀ। ਉਹਨਾਂ 'ਚ ਰਵਨੀਤ ਬਿੱਟੂ ਆ, ਗੁਰਜੀਤ ਔਜਲਾ ਆ, ਮਨੀਸ਼ ਤਿਵਾੜੀ ਆ, ਇਹ ਸਾਰੇ ਜੀ ਉੱਥੇ ਜੰਤਰ ਮੰਤਰ ਧਰਨਾ ਦਿੱਤਾ ਸੀ 8 ਤਰੀਕ ਵਾਲੇ ਦਿਨ। ਉਦੋਂ ਤੋਂ ਲੈ ਕੇ ਉੱਥੇ ਰਜਾਈਆਂ ਲੈ ਕੇ ਚਾਹ ਵੀ ਉੱਥੇ ਪੀਂਦੇ ਆ ਤੇ ਖਾਣਾ ਵੀ ਉੱਥੇ ਖਾਂਦੇ ਆ। ਅੱਛਾ ਜੀ। ਉਹਦੇ ਤੇ ਵੀ ਸਵਾਲ ਲੋਕੀ ਹਟਦੇ ਨਹੀਂ ਨਾ, ਸੋਸ਼ਲ ਮੀਡੀਆ ਤੁਹਾਨੂੰ ਪਤਾ ਸਵਾਲ ਉੱਠਣ ਵਾਲੇ ਹੁੰਦੇ ਆ ਜੀ। ਹੁਣ ਸ਼ਾਮ ਦੇ ਟਾਈਮ ਜਦੋਂ ਕਿਤੇ ਬੰਦੇ ਦੀ ਅੱਖ ਮਾੜੀ ਜਿਹੀ ਲੱਗ ਗਈ, ਥੱਕ ਹੋਇਆ ਤੇ ਰਜਾਈ ਲਈਏ ਤਾਂ ਪੱਗਾਂ ਬੰਨੀਆਂ ਉਦਾਂ ਹੀ ਪੈ ਗਏ। ਤੂੰ ਫੋਟੋ ਦੇ ਤੇ ਕਿਸੇ ਨੇ ਲਿਖ ਦਿੱਤਾ ਯਾਰ ਕਿਉਂ ਮੂਰਖ ਬਣਾਉਂਦੇ ਤੁਸੀਂ, ਪੱਗ ਬੰਨ ਕੇ ਵੀ ਕੁਛ ਆਉਂਦਾ ਹੁੰਦਾ। ਇਹ ਸਵਾਲ ਵੀ ਉੱਠਦੇ ਆ। ਖੈਰ ਕਾਂਗਰਸ ਜਿਹੜੀ ਆ ਉਹ ਇਸ ਅੰਦੋਲਨ ਦੇ ਵਿੱਚ ਤਾਂ ਕਿਤੇ ਲੱਭੀ ਨਹੀਂ ਸਿਵਾਏ ਕੈਪਟਨ ਤੋਂ। ਕੈਪਟਨ ਦਾ ਆਪਣਾ ਰੋਲ ਜਿੰਨਾ ਕੁ ਨਿਭਾਉਂਦਾ ਸੀ ਨਿਭਾਈ ਜਾ ਰਿਹਾ, ਹੁਣ ਵੀ ਨਿਭਾਉਂਦਾ ਪਿਆ। ਪਰ ਉੱਦਾਂ ਓਵਰਆਲ ਦੇਖੀਏ ਤਾਂ ਦੇਸ਼ ਭਰ ਦੇ ਵਿੱਚ ਵੀ ਕਾਂਗਰਸ ਜਿਹੜੀ ਆ ਕਾਫੀ ਹਾਸ਼ੀਏ ਤੇ ਚੱਲ ਗਈ ਆ ਜੀ। ਜੇ ਆਪਾਂ ਤੇਲੰਗਾਨਾ ਦੇ ਵਿੱਚ ਹੈਦਰਾਬਾਦ ਦੀਆਂ ਨਿਗਮ ਚੋਣਾਂ 'ਚ ਦੇਖੀਏ ਤਾਂ ਕਾਂਗਰਸ ਨੂੰ ਸਿਵਾਏ 2-4 ਸੀਟਾਂ ਤੋਂ ਵੱਧ ਕੁਝ ਨਹੀਂ ਮਿਲਿਆ ਜੀ। ਰਾਜਸਥਾਨ ਦੀਆਂ ਪੰਚਾਇਤ ਚੋਣਾਂ ਹੋਈਆਂ ਜਿਹਦੇ ਵਿੱਚ 21 ਜ਼ਿਲ੍ਹਿਆਂ ਦੀਆਂ ਚੋਣਾਂ ਹੋਈਆਂ, ਉਹਨਾਂ ਦੇ ਵਿੱਚ ਵੀ ਕਾਂਗਰਸ ਕਿਤੇ ਨਹੀਂ ਲੱਭੀ। ਹਾਲਾਂਕਿ ਸਰਕਾਰ ਉੱਥੇ ਕਾਂਗਰਸ ਦੀ ਆ ਜੀ। ਉੱਥੇ ਭਾਜਪਾ ਦੀ ਗੇਨ ਕੀਤੀ ਆ, ਪਰ ਭਾਜਪਾ ਕਹਿ ਰਹੀ ਆ ਵੀ ਸਾਨੂੰ ਬਹੁਤ ਸੀਟਾਂ ਮਿਲ ਗਈਆਂ। ਸੀਟਾਂ ਦੇ ਪੱਖੋਂ ਜ਼ਰੂਰ ਵੱਧ ਮਿਲੀਆਂ, ਵੋਟ ਪ੍ਰਤੀਸ਼ਤ ਦੇ ਤੌਰ ਤੇ ਕਾਂਗਰਸ ਨੂੰ ਜ਼ਰੂਰ ਮਿਲੀ ਆ, ਪਰ ਸੱਤਾ ਦੇ ਵਿੱਚ ਹੁੰਦਿਆਂ ਸਿਰਫ ਵੋਟ ਪ੍ਰਤੀਸ਼ਤ ਲੈ ਜਾਣੇ ਔਰ ਸੀਟਾਂ ਨਹੀਂ ਮਿਲਣੀਆਂ, ਇਹ ਵੀ ਆਪਣੇ ਆਪ 'ਚ ਇੱਕ ਨਿਰਾਸ਼ਾ ਵਾਲੀ ਗੱਲ ਆ। ਸੋ ਇਹ ਕਾਂਗਰਸ ਦਾ ਜਿਹੜਾ ਇਸ ਵੇਲੇ ਇੱਕ ਆਗੂਹੀਣ ਪਾਰਟੀ ਦਾ ਬਣ ਕੇ ਰਹਿਣਾ, ਉਹ ਵੀ ਆਪਣੇ ਆਪ 'ਚ ਵੱਡੀ ਪਾਰਟੀ ਆ ਜੀ, ਪੁਰਾਣੀ ਪਾਰਟੀ ਆ, ਜਿੱਥੇ ਕਿ ਇਹਨੇ ਰੋਲ ਨਿਭਾਉਣਾ ਸੀਗਾ ਅਗਵਾਈ ਕਰਨ ਦਾ, ਚਾਹੇ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਲੈ ਕੇ। ਉਹ ਅਗਵਾਈ ਇਸ ਵੇਲੇ ਸ਼ਰਦ ਪਵਾਰ ਹੁਣੀ ਕਰ ਰਹੇ ਆ, ਜਿਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ 5-7 ਆਗੂ ਜਿੰਨੇ ਸੀ ਸਾਰੀਆਂ ਪਾਰਟੀਆਂ ਦੇ ਵਫਦ ਬਣ ਕੇ ਖੇਤੀ ਕਾਨੂੰਨ ਨੂੰ ਰੱਦ ਕਰਨ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲੇ ਆ। ਉਹਨਾਂ ਵਿੱਚ ਜ਼ਰੂਰ ਰਾਹੁਲ ਗਾਂਧੀ ਹੁਣੀ ਗਏ ਆ ਔਰ ਉੱਥੇ ਉਹਨਾਂ ਨੇ ਬੜਾ ਡਟ ਕੇ ਕਿਹਾ ਕਿ ਨਾ ਪਿੱਛੇ ਹਟੇਗਾ ਨਾ ਰੁਕੇਗਾ ਜੀ। ਇਹ ਕਿਸਾਨ ਆ, ਕਿਸਾਨ ਹੀ ਹਿੰਦੁਸਤਾਨ ਆ। ਸ਼ੇਰਗਿੱਲ ਸਾਹਿਬ ਤਾਂ ਉਹਨਾਂ ਦੀ ਬਹੁਤ ਵਧੀਆ ਕੀਤੀ ਉਹਨਾਂ ਨੇ, ਪਰ ਉਹ ਕਿੱਦਾਂ ਕਹਿੰਦੇ ਹੁੰਦੇ ਨਾ ਵੀ ਇਸ ਮੌਕੇ ਤੇ ਸਰਗਰਮੀ ਜਿੰਨੀ ਚਾਹੀਦੀ ਸੀਗੀ ਕਾਂਗਰਸ ਦੀ,
ਵੱਡੀ ਪਾਰਟੀ ਦੀ ਉਨੀ ਸਰਗਰਮੀ ਕਿਤੇ ਨਜ਼ਰੀ ਪੈਂਦੀ ਨਹੀਂ। ਸ਼ੇਰਗਿੱਲ ਸਾਹਿਬ, ਸਮਾਂ ਵੀ ਮੁੱਕ ਜਾਣਾ ਤੇ ਛੋਟੀ ਜਿਹੀ ਗੱਲ ਇੱਕ ਦੱਸਿਓ ਕਿ ਉਹ ਜਿਹੜਾ ਵਿਰੋਧੀ ਧਿਰਾਂ ਦਾ ਵਫਦ ਗਿਆ ਉਹਦੇ ਚ ਪੰਜਾਬ ਵਾਲੀ ਕਿਸਾਨ ਪਾਰਟੀ ਵਾਲੇ ਆਗੂ ਵੀ ਸੀਗੇ ਜੀ ਕਿ ਨਹੀਂ? ਨਹੀਂ, ਸਿਰਫ ਉਹ ਸਿਆਸੀ ਪਾਰਟੀਆਂ ਦੇ ਸੀਗੇ। ਨਹੀਂ, ਸ਼੍ਰੋਮਣੀ ਅਕਾਲੀ ਦਲ? ਨਹੀਂ, ਸ਼੍ਰੋਮਣੀ ਅਕਾਲੀ ਦਲ ਨਹੀਂ ਸੀਗਾ ਵਿੱਚ ਉਹਦੇ। ਉਹ ਵਿਰੋਧੀ ਧਿਰ ਮੰਨਦੀ ਨਹੀਂ ਅਜੇ ਤੱਕ ਮੈਨੂੰ ਲੱਗਦਾ, ਕਿਉਂਕਿ ਉਹਨਾਂ ਦੀ ਹਜੇ ਵੀ 9 ਮਾਸ ਦਾ ਰਿਸ਼ਤਾ ਕਿਤੇ 9 ਲੱਗਾ ਰਹਿ ਗਿਆ, ਹਜੇ ਜੁੜਿਆ ਰਹਿ ਗਿਆ। ਉਹ ਜੇ ਵਿਰੋਧੀ ਧਿਰ ਮੰਨਦੀ ਹੁੰਦੀ ਤੇ ਇਹਨਾਂ ਦਾ ਵੀ ਬਣਦਾ ਸੀ ਰਾਸ਼ਟਰਪਤੀ ਨੂੰ ਮਿਲਣਾ ਜਾ ਕੇ ਵੀ ਇਹ ਖੇਤੀ ਕਾਨੂੰਨ ਜਿਹੜੇ ਤੁਸੀਂ ਪਾਸ ਕੀਤੇ ਆ ਇਹਨਾਂ ਨੂੰ ਰੱਦ ਕਰੋ, ਸਰਕਾਰ ਨੂੰ ਕਹੋ ਵੀ ਕਿਸਾਨਾਂ ਦੀ ਗੱਲ ਮੰਨੇ। ਇਹਨਾਂ ਦਾ ਜ਼ਿਆਦਾ ਬਣਦਾ ਸੀ ਯੋਗਦਾਨ ਜੀ, ਕਿਉਂਕਿ ਅੰਦੋਲਨ ਇਹਨਾਂ ਦੀ ਸਟੇਟ ਤੋਂ ਸ਼ੁਰੂ ਹੋਇਆ ਤੇ ਪਵਾਰ ਸਾਹਿਬ ਨਾਲ ਵੀ ਬਾਦਲ ਸਾਹਿਬ ਦੀ ਪੁਰਾਣੀ ਨੇੜਤਾ। ਬਿਲਕੁਲ, ਇਹਨਾਂ ਦੇ ਦੇਖੋ ਸਮਰਥਨ ਤਾਂ ਪੂਰੀ ਤਰ੍ਹਾਂ ਕਹਿ ਰਹੇ ਆ ਕਿ ਅਸੀਂ ਤੁਹਾਡੇ ਨਾਲ ਆ। ਉਹ ਤਾਂ ਰਾਹੁਲ ਗਾਂਧੀ ਵੀ ਕੱਲ ਕਹਿ ਗਿਆ ਵੀ ਅਸੀਂ ਤੁਹਾਡੇ ਨਾਲ ਆ, ਚਿੰਤਾ ਨਾ ਕਰੋ ਜੀ। ਪਰ ਜਿਹੜੀ ਚੀਜ਼ ਪੰਜਾਬ ਵੱਲੋਂ ਉੱਠ ਕੇ ਵੰਡਦੀ ਸੀਗੀ, ਇਹ ਜਾ ਕੇ ਉਹਨਾਂ ਨਾਲ ਰਲ ਕੇ ਸ਼ਰਦ ਪਵਾਰ ਹੋਣਾ ਨਾਲ DMK ਦੇ ਸੀਗੇ ਉੱਥੇ, ਡੀ ਰਾਜਾ ਸੀ, ਸੀਤਾਰਾਮ ਯੇਚੂਰੀ ਸੀ CPM ਤੋਂ, ਫਿਰ ਦੱਖਣ ਤੋਂ DMK ਵਾਲੇ ਸੀਗੇ। ਇਹਨਾਂ ਦੇ ਨਾਲ ਰਲ ਕੇ ਇਹਨਾਂ ਦੇ ਇੱਕ ਬੰਦਾ ਜ਼ਰੂਰ ਜਾਣਾ ਚਾਹੀਦਾ ਸੀ। MP ਸੀ ਇਹਨਾਂ ਦੇ ਵਿੱਚ, 2 MP ਆ ਪੰਜਾਬ ਤੋਂ, ਪਰ ਇਹ ਗਏ ਨਹੀਂ। ਇਹ ਵੀ ਇੱਕ ਆਉਂਦੇ ਦਿਨਾਂ ਦੇ ਵਿੱਚ ਇਹਦੇ ਲਈ ਵੀ ਸਵਾਲ ਖੜੇ ਹੋ ਸਕਦੇ ਆ ਜੀ। ਸ਼ੇਰਗਿੱਲ ਸਾਹਿਬ, ਸਮਾਂ ਬਹੁਤ ਥੋੜਾ ਰਹਿ ਗਿਆ ਤੇ ਕਰੋਨਾ ਦੀ ਗੱਲ ਆਪਾਂ ਕਰਨੀ ਇੱਕ ਵਾਰ ਜੀ। ਕਰੋਨਾ ਦੀ ਇਸ ਵੇਲੇ ਜੇ ਆਪਾਂ ਕਰੀਏ ਤਾਂ ਵੈਕਸੀਨ ਦੀ ਗੱਲ ਕਰਾਂਗੇ ਜੀ। ਵੈਕਸੀਨ ਇਸ ਵੇਲੇ ਬਹੁਤ ਵਿਕਸਿਤ ਸਟੇਜ ਦੇ ਵਿੱਚ ਆ ਜੀ। ਜਿਹੜਾ ਕਿ ਹੈਦਰਾਬਾਦ ਸਥਿਤ ਜਿਹੜਾ ਬਾਇਓਟੈਕ ਆਪਣੀ ਕੰਪਨੀ ਆ, ਭਾਰਤ ਬਾਇਓਟੈਕ, ਉੱਥੇ ਬਹੁਤ ਦੁਨੀਆ ਦੀ ਜਿਹੜੀ ਹੈ ਨਾ 2/3 ਵੈਕਸੀਨ ਦੀ ਡੋਜ਼ ਜਿਹੜੀ ਇਸ ਵੇਲੇ ਉਹ ਹੈਦਰਾਬਾਦ 'ਚ ਬਣ ਰਹੀ ਆ। ਅੱਛਾ ਜੀ, ਬਹੁਤ ਵੱਡੀ ਪੱਧਰ ਤੇ ਬਣ ਰਹੀ ਆ। ਇਸੇ ਨੂੰ ਲੈ ਕੇ 64 ਦੇਸ਼ਾਂ ਦੇ ਜਿਹੜੇ ਰਾਜਦੂਤ ਔਰ ਹਾਈ ਕਮਿਸ਼ਨਰ ਆ ਉਹਨਾਂ ਨੂੰ ਲੈ ਕੇ ਸਰਕਾਰ ਨੇ ਉੱਥੇ ਦੌਰਾ ਕਰਾਇਆ ਔਰ ਉੱਥੇ ਆਪਣੀਆਂ ਤਿਆਰੀਆਂ ਦਾ ਉਹਨਾਂ ਨੂੰ ਦੱਸਿਆ ਵੀ ਜਿਹੜੀ ਸਾਡੀ ਵੈਕਸੀਨ ਆ ਉਹ ਕਿੰਨੀ ਕੁ ਕਾਰਗਰ ਹੋ ਸਕਦੀ ਆ, ਕਿਸ ਸਟੇਜ ਤੇ ਆ, ਕਦੋਂ ਇਹਦੀ ਵਰਤੋਂ ਹੋਣੀ ਆ, ਕਿੰਨਿਆਂ ਦੇਸ਼ਾਂ 'ਚ ਜਾਣੀ ਆ ਜੀ। ਔਰ ਇਹਨਾਂ ਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਇਹ ਆਰਡਰ ਦੱਖਣੀ ਅਫਰੀਕਾ, ਲੈਟਿਨ ਅਮਰੀਕਾ, ਯੂਰਪ ਤੇ ਇੱਥੋਂ ਤੱਕ ਕਿ ਖਾੜੀ ਦੇਸ਼ਾਂ ਵਾਲਿਆਂ ਨੇ ਵੀ ਭਾਰਤ ਤੋਂ ਵੈਕਸੀਨ ਮੰਗਾਉਣ ਲਈ ਆਰਡਰ ਦਿੱਤੇ ਹੋਏ ਆ। ਕੋਵੈਕਸੀਨ ਨਾਂ ਦਿੱਤਾ ਹੋਇਆ, ਇਹਦਾ ਟ੍ਰਾਇਲ ਤੀਜੇ ਪੱਧਰ ਤੇ ਆ, ਚੱਲ ਰਿਹਾ, ਜਿਹਦੇ ਵਿੱਚ ਅਨਿਲ ਵਿਜ ਹੋਣਾ ਨੇ ਲਿਆ ਸੀਗਾ। ਥੋੜੇ ਦਿਨ ਬਾਅਦ ਠੀਕ ਆ ਦੁਬਾਰਾ ਪੋਜ਼ਿਟਿਵ ਹੋ ਗਏ ਆ, ਪਰ ਉਹਨਾਂ ਦਾ ਤਰਕ ਸੀ ਕਿ 2 ਡੋਜ਼ ਜ਼ਰੂਰੀ ਲੈਣੇ ਆ। ਪਹਿਲੇ ਡੋਜ਼ ਦੇ ਉੱਤੇ ਆਪਾਂ ਇਹਦੀ ਕੋਈ ਪਰਖ ਨਹੀਂ ਨਿਰਧਾਰਿਤ ਕਰ ਸਕਦੇ। ਸੋ ਕਰੋਨਾ ਵੈਕਸੀਨ ਦਾ ਜਿਹੜਾ ਇਸ ਵੇਲੇ ਆ ਇੰਗਲੈਂਡ ਦੇ ਵਿੱਚ ਸ਼ੁਰੂ ਹੋ ਚੁੱਕਾ ਕੰਮ ਜੀ, ਟੀਕੇ ਲੱਗਣੇ ਸ਼ੁਰੂ ਹੋ ਗਏ ਆ। ਬਹਿਰੀਨ 'ਚ, ਜਰਮਨ 'ਚ, ਅਗਲੇ 1-2 ਦਿਨ ਦੇ ਵਿੱਚ ਅਮਰੀਕਾ 'ਚ ਸ਼ੁਰੂ ਹੋ ਰਹੇ ਆ, ਰੂਸ ਨੇ ਵੀ ਸ਼ੁਰੂ ਕਰ ਦਿੱਤੇ ਗਏ ਆ। ਸੋ ਹੁਣ ਜੇ ਆਪਾਂ ਕਹੀਏ ਵੀ ਕਰੋਨਾ ਨੂੰ ਵੈਕਸੀਨ ਦੇ ਜ਼ਰੀਏ ਕਾਬੂ ਪਾਉਣ ਦਾ ਜਿਹੜਾ ਕੰਮ ਉਹ ਆਰੰਭ ਦਿੱਤਾ ਗਿਆ ਹੈ। ਸਰਕਾਰ ਨੇ ਵੀ ਇੱਕ ਐਪ ਬਣਾਤੀ ਗਈ ਆ ਇਸ ਵੈਕਸੀਨ ਨੂੰ ਲੈ ਕੇ ਵੀ ਤੁਸੀਂ ਉਹ ਐਪ ਡਾਊਨਲੋਡ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਵੈਕਸੀਨ ਕਦੋਂ ਤੇ ਕਿੱਥੇ ਕਿਵੇਂ ਲੱਗਣੀ ਆ। ਸੋ ਇਹ ਤਿਆਰੀਆਂ ਜਿਹੜੀਆਂ ਸਰਕਾਰ ਪੱਧਰ ਤੇ, ਸਟੇਟ ਲੈਵਲ ਤੇ, ਜ਼ਿਲ੍ਹਾ ਪੱਧਰ ਤੇ, ਉਹ ਸਾਰੀਆਂ ਹੀ ਵੱਡੇ ਪੱਧਰ ਤੇ ਜਾਰੀ ਹੋ ਚੁੱਕੀਆਂ ਆ। ਇੰਡੀਆ ਜੇ ਆਪਣੇ ਦੇਸ਼ 'ਚ 2/3 ਜਿਹੜੀ ਡੋਜ਼ ਆ ਬਾਹਰ ਭੇਜਣ ਨੂੰ ਤਿਆਰ ਕਰੀ ਬੈਠਾ ਆ, ਉੱਥੇ ਇਹਨੇ ਬਾਹਰੋਂ ਵੀ ਸਭ ਤੋਂ ਵੱਡੀ ਖੇਪ ਮੰਗਾਉਣ ਲਈ ਆਰਡਰ ਦਿੱਤੇ ਹੋਏ ਆ। ਘੱਟੋ ਘੱਟ 1.6 ਅਰਬ ਡੋਜ਼ ਜਿਹੜੇ ਆ ਉਹ ਆ ਰਹੇ ਆ ਆਕਸਫੋਰਡ ਵਾਲਿਆਂ ਦੇ, ਐਕਸਟਰਾਜੈਨੇਕਾ ਜਿਹੜੀ ਕੰਪਨੀ ਆ ਉਹਦੇ ਰਾਹੀਂ ਆ ਰਹੇ ਆ, ਸਪੁਟਨਿਕ ਰੂਸ ਰਾਹੀਂ ਆ ਰਹੇ ਆ। ਸੋ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਵੈਕਸੀਨ ਦੀ ਹੀ ਗੱਲ ਚੱਲੂਗੀ। ਠੀਕ ਆ, ਕਰੋਨਾ ਕਾਫੀ ਹੱਦ ਤੱਕ ਘਟ ਗਿਆ ਆ, ਪਰ ਅੱਜ ਮੈਂ ਇੱਕ ਗੱਲ ਹੋਰ ਪੜ੍ਹ ਰਿਹਾ ਸੀਗਾ ਵੀ ਜੇ ਵੈਕਸੀਨ ਆ ਗਈ ਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਾਸਕ ਪਾਉਣਾ ਛੱਡ ਦੇਣਾ ਜੀ, ਆਪਾਂ ਸਮਾਜਿਕ ਦੂਰੀ ਰੱਖਣੀ ਛੱਡ ਦੇਣੀ, ਜਾਂ ਆਪਾਂ ਸੈਨੀਟਾਈਜ਼ਰ ਯੂਜ਼ ਕਰਨਾ ਛੱਡ ਦੇਣਾ। ਉਹ ਸਾਡਾ ਇੱਕ ਜ਼ਿੰਦਗੀ ਦਾ ਹਿੱਸਾ ਬਣ ਗਿਆ, ਉਹਨੂੰ ਚੱਲਣਾ ਪੈਣਾ। ਚਾਹੇ ਵੈਕਸੀਨ ਲੱਗ ਵੀ ਜਾਵੇ ਤਾਂ ਵੀ ਉਹਦੇ ਲਈ ਸਾਲ 6 ਮਹੀਨੇ ਇਹਦੇ ਲਈ ਪ੍ਰੀਕਾਸ਼ਨ ਜਿਹੜੇ ਵਰਤਣੇ ਲਾਜ਼ਮੀ ਆ ਜੀ। ਆਸ ਕਰਦੇ ਹਾਂ ਕਿ ਜਿੱਦਾਂ 2020 ਦੇ ਸ਼ੁਰੂਆਤ ਦੇ ਵਿੱਚ ਹੀ ਕਰੋਨਾ ਦਾ ਰੌਲਾ ਪੈ ਗਿਆ ਸੀ ਤੇ 2020 ਦੇ ਵਿੱਚ ਇਹਦੇ ਮੁੱਕਣ ਦਾ ਵੀ ਰੌਲਾ ਪੈ ਜਾਏ, ਜ਼ਿੰਦਗੀ ਆਮ ਵਰਗੀ ਹੋ ਜਾਏ ਤੇ ਇਸ ਦੇ ਨਾਲ ਹੀ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਜ ਮੁਕਾਈਏ ਜੀ। ਬਿਲਕੁਲ, ਇਹ ਸੀ ਜੀ ਅੱਜ ਦਾ ਵਿਚਾਰ ਚਰਚਾ। ਅਗਲੇ ਦਿਨਾਂ ਵਿੱਚ ਕੁਝ ਹੋਰ ਨਵੇਂ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।